ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਕਈ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਸਲੇ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਕੁਝ ਗੱਲਾਂ ਮਾੜੀਆਂ ਵੀ ਹੁੰਦੀਆਂ ਨੇ ਕਿਉਂਕਿ ਵਾਪਰ ਜਾਂਦੀਆਂ ਨੇ ਇਹੋ ਜਿਹੀਆਂ ਘਟਨਾਵਾਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਹੁੰਦੀਆਂ ਨੇ ਅਸੀਂ। ਬਾਕੀ ਇਨਫੋਰਮੇਸ਼ਨ ਹੁੰਦੀ ਹੈ, ਕੁਝ ਵਧੀਆ ਗੱਲਾਂ ਵੀ ਹੁੰਦੀਆਂ ਨੇ ਜੋ ਪੋਜ਼ੀਟਿਵ ਸਾਈਨਸ ਲੈ ਕੇ ਆਉਂਦੀਆਂ ਨੇ ਸਾਰਿਆਂ ਵਾਸਤੇ ਜੋ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਨੇ, ਆਪਣੇ ਕੰਮਕਾਰ ਨੂੰ ਲੈ ਕੇ, ਸਟੱਡੀ ਨੂੰ ਲੈ ਕੇ। ਬਹੁਤ ਹੋਰ ਕਾਰਨ ਵੀ ਹੁੰਦੇ ਨੇ ਬਾਹਰ ਜਾਣ ਦੇ। ਹਮੇਸ਼ਾ ਸ਼ੌਕ ਵੀ ਹੁੰਦਾ ਕਿ ਬਾਹਰ ਜਾ ਕੇ ਘੁੰਮ ਕੇ ਵੀ ਆਈਏ, ਸੋ ਕਈ ਕਾਰਨ ਹੁੰਦੇ ਨੇ। ਸੋ ਇੱਕ ਮਾੜੀ ਘਟਨਾ ਵੀ ਵਾਪਰੀ ਹੈ ਬਹਾਮਾਸ ਦੇ ਵਿੱਚ। ਕਿਸ਼ਤੀ ਪਲਟੀ ਸਾਊਥ ਅਮਰੀਕਾ ਦੇ ਵਿੱਚ ਤੇ 17 ਲੋਕ ਮਰੇ ਤੇ 25 ਬਚਾ ਲਏ ਗਏ। ਬਾਅਦ ਵਿੱਚ ਜਦੋਂ ਗੱਲਾਂ ਖੁੱਲ੍ਹਦੀਆਂ ਨੇ ਤਾਂ ਪਤਾ ਲੱਗਦਾ ਕਿ ਇਹ ਵੀ ਤਸਕਰੀ ਹੈ ਇੱਕ ਤਰ੍ਹਾਂ ਦੀ, ਜੋ ਹਿਊਮਨ ਲਾਈਫ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਸ਼ਿਫਟ ਕੀਤਾ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਇਲੀਗਲ ਐਂਟਰੀ। ਜੋ ਬਾਈਡਨ ਸਾਹਿਬ ਨੇ ਵੀ ਇਹਦੇ ਉੱਤੇ ਚਿੰਤਾ ਕਾਫੀ ਜਤਾਈ ਸੀ ਪਿਛਲੇ ਸਮਿਆਂ ਦੇ ਵਿੱਚ ਕਿ ਇਹ ਹਿਊਮਨ ਤਸਕਰੀ ਜਿਹੜੀ ਹੈ ਇਹਨੂੰ ਸਟਾਪ ਹੋਣਾ ਚਾਹੀਦਾ, ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਨੇ ਔਰ ਲੋਕ ਅਮਰੀਕਾ ਦੇ ਵਿੱਚ ਸੈਟਲ ਹੋਣ ਵਾਸਤੇ, ਅਮਰੀਕਾ ਦੇ ਵਿੱਚ ਐਂਟਰ ਹੋਣ ਵਾਸਤੇ ਬੜੇ ਇਲੀਗਲ ਤਰੀਕੇ ਵੀ ਅਪਣਾਉਂਦੇ ਨੇ, ਕਿਉਂਕਿ ਅਮਰੀਕਾ ਇਜ਼ ਅ ਲੈਂਡ ਆਫ ਓਪਰਚੁਨਿਟੀ। ਇਹ ਹਮੇਸ਼ਾ ਕਿਹਾ ਜਾਂਦਾ ਹੈ। ਤਾਂ ਉਹ ਓਪਰਚੁਨਿਟੀ ਲੈਣ ਵਾਸਤੇ ਜੇ ਸਿੱਧੇ ਤਰੀਕੇ ਨਾਲ ਉਹਨਾਂ ਨੂੰ ਰਾਹ ਨਹੀਂ ਮਿਲਦਾ ਤਾਂ ਗਲਤ ਤਰੀਕੇ ਨਾਲ ਇਹ ਰਾਹ ਅਪਣਾਉਂਦੇ ਨੇ। ਤਾਂ ਜਿਹਦੀਆਂ ਘਟਨਾਵਾਂ ਇਹ ਵੀ ਹੁੰਦੀਆਂ ਨੇ ਕਿ ਕਈ ਵਾਰ ਐਕਸੀਡੈਂਟਸ ਹੁੰਦੇ ਨੇ, ਹਿਊਮਨ ਲਾਈਫਸ ਜਾਂਦੀਆਂ ਨੇ। ਬਟ ਪ੍ਰਸ਼ਾਸਨ ਇਸ ਨੂੰ ਲੈ ਕੇ ਬੜਾ ਸੰਜੀਦਾ ਹੈ ਬਿਕੋਜ਼ ਹਿਊਮਨ ਲਾਈਫ ਮੈਟਰਸ। ਸੋ ਅਗਲੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਕਿੰਨੇ ਕੁ ਲੋਕ ਇਲੀਗਲ ਤਰੀਕੇ ਨਾਲ ਐਂਟਰ ਕਰ ਚੁੱਕੇ ਨੇ। ਇੱਕ ਅੰਕੜੇ ਦੇ ਮੁਤਾਬਿਕ 5 ਲੱਖ ਤੋਂ ਜ਼ਿਆਦਾ ਹੁਣ ਤੱਕ। ਸੋ ਉੱਥੇ ਜਾ ਕੇ ਉਹ ਪੋਲੀਟੀਕਲ ਸਟੇ ਵੀ ਲੈਂਦੇ ਨੇ, ਜੋ ਵੀ ਉਹਨਾਂ ਦੇ ਤਰੀਕੇ ਹੁੰਦੇ ਨੇ, ਕਿੱਥੋਂ ਕੰਧ ਟੱਪ ਜਾਓ, ਉੱਥੋਂ ਜਾ ਕੇ ਫਿਰ ਇਲੀਗਲ ਤਰੀਕੇ ਨਾਲ ਅੰਦਰ ਜਾਓ, ਫਿਰ ਉੱਥੇ ਅਰੈਸਟ ਹੋ ਜਾਓਗੇ ਜੀ। ਉੱਥੇ ਫਿਰ ਇੱਕ ਤੁਹਾਨੂੰ ਵਕੀਲ ਮਿਲ ਜਾਏਗਾ, ਉਹ ਤੁਹਾਡੀ ਸਹਾਇਤਾ ਕਰੇਗਾ, ਤੁਸੀਂ ਕੇਸ ਲੜ ਸਕਦੇ ਹੋ। ਇੰਨੇ ਪੈਸੇ ਦਾ ਪਹਿਲਾਂ ਇੰਤਜ਼ਾਮ ਕਰਕੇ ਰੱਖੋ, ਤੁਸੀਂ ਜਾ ਕੇ ਉੱਥੇ ਇਸ ਸਿਚੁਏਸ਼ਨ ਨੂੰ ਫੇਸ ਕਰਨਾ। ਕਈ ਲੋਕ ਇਸ ਤਰ੍ਹਾਂ ਵੀ ਸਾਰੀ ਪਲੈਨਿੰਗ ਕਰਦੇ ਨੇ ਇਲੀਗਲ ਵੇ ਦੇ ਨਾਲ ਜਾਣ ਦੀ। ਅਸੀਂ ਡੋਂਕੀ ਸ਼ਬਦ ਅਕਸਰ ਸੁਣਦੇ ਰਹਿੰਦੇ ਹਾਂ। ਸੋ ਇਸ ਬਾਰੇ ਵੀ ਗੱਲਬਾਤ ਕਰਾਂਗੇ ਆਪਣੇ ਇਸ ਅੱਜ ਦੇ ਸਿਲਸਿਲੇ ਦੇ ਵਿੱਚ। ਤੇ ਇੱਕ ਨਿਊਜ਼ ਹੈ ਕੈਨੇਡਾ ਨੂੰ ਲੈ ਕੇ, ਕਿਉਂਕਿ ਸਟੂਡੈਂਟਸ ਨੂੰ ਹਮੇਸ਼ਾ ਇਹ ਰਹਿੰਦਾ ਕਿ ਸਟੱਡੀ ਵੀਜ਼ਾ ਕੈਨੇਡਾ ਦਾ ਮਿਲ ਜਾਏ ਸਾਨੂੰ। ਕੈਨੇਡਾ ਸਾਂਭਦਾ ਵੀ ਹੈ, ਬੜੇ ਲੋਕ ਉੱਥੇ ਸੈਟਲ ਵੀ ਹੋਏ ਨੇ। ਤਾਂ ਸਟੂਡੈਂਟ ਹਮੇਸ਼ਾ ਕੈਨੇਡਾ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਨੇ, ਪਰ ਹੁਣ ਸਟੱਡੀ ਵੀਜ਼ੇ ਵਾਸਤੇ ਬਹੁਤ ਸਾਰੀਆਂ ਰਿਫਿਊਜ਼ਲਸ ਆ ਰਹੀਆਂ ਨੇ। ਇਸ ਕਰਕੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਚਿੰਤਾ ਹੈ। ਕਈ ਸਟੂਡੈਂਟਸ ਦੀਆਂ ਫੀਸਾਂ ਵੀ ਹਜੇ ਫਸੀਆਂ ਹੋਈਆਂ ਨੇ, ਰਿਫੰਡ ਨਹੀਂ ਹੋਈਆਂ। ਫਿਊਚਰ ਕੀ ਹੋਏਗਾ ਉਸ ਨੂੰ ਲੈ ਕੇ ਵੀ ਚਿੰਤਾ ਹੈ। ਸੋ ਇਹ ਤਮਾਮ ਗੱਲਾਂ ਨੇ ਜੋ ਇਸ ਵਕਤ ਕਿਓਸ ਫੈਲਿਆ ਹੋਇਆ ਸਟੱਡੀ ਵੀਜ਼ਾ ਨੂੰ ਲੈ ਕੇ, ਜੋ ਕੈਨੇਡਾ ਦੇ ਨਾਲ ਕੰਸਰਨਡ ਆ ਸਾਰੀ ਨਿਊਜ਼। ਸੋ ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਪੰਜਾਬ ਐਬਰੋਡ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਸੰਜੀਵ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਰਵਿੰਦਰ ਜੀ, ਬਹੁਤ ਕੁਝ ਅਜਿਹਾ ਵਾਪਰ ਰਿਹਾ ਜੋ ਸੁਖਾਵਾਂ ਵੀ ਆ ਤੇ ਜੋ ਸੁਖਾਵਾਂ ਨਹੀਂ ਹੈ ਉਹ ਵੀ ਵਾਪਰ ਰਿਹਾ। ਸੋ ਅਸੀਂ ਦੋਵਾਂ ਨਾਲ ਡੀਲ ਕਰਾਂਗੇ। ਤਾਂ ਸ਼ੁਰੂਆਤ ਅਸੀਂ ਕਰਦੇ ਹਾਂ ਜੋ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੇ, ਕਿਉਂਕਿ ਬਹਾਮਾਸ ਦੀ ਘਟਨਾ ਉਹਦੇ ਨਾਲ ਹੀ ਜੁੜੀ ਹੋਈ ਹੈ। ਪਹਿਲਾਂ ਵੀ ਅਸੀਂ ਡਿਸਕਸ ਕਰ ਚੁੱਕੇ ਆਪਣੇ ਪ੍ਰੋਗਰਾਮ ਦੇ ਵਿੱਚ ਕਿੰਨੀਆਂ ਡੈਥਸ ਹੁੰਦੀਆਂ ਨੇ, ਕਿਤੇ ਕਿਸ਼ਤੀ ਪਲਟ ਗਈ, ਕਿਤੇ ਜੰਗਲ ਦੇ ਵਿੱਚ ਡੈਥਸ ਹੋ ਗਈਆਂ। ਸੋ ਬਹੁਤ ਕੁਝ ਇੱਦਾਂ ਦਾ ਚੱਲ ਰਿਹਾ ਜੋ ਨਹੀਂ ਹੋਣਾ ਚਾਹੀਦਾ। ਸੋ 5 ਲੱਖ ਦੇ ਕਰੀਬ ਲੋਕ ਇਲੀਗਲੀ ਇਸ ਵਕਤ ਅਮਰੀਕਾ ਦੇ ਵਿੱਚ ਮਾਈਗ੍ਰੇਟ ਕੀਤੇ ਨੇ, ਵੱਖ-ਵੱਖ ਥਾਂ ਤੇ ਬੈਠੇ ਨੇ। ਕਿੱਦਾਂ ਦਾ ਅਲੱਗ-ਅਲੱਗ ਜੋ ਹੈ ਲੀਗਲ ਸਟੇਟਸ ਹੈ, ਜਿੱਦਾਂ ਉਹਨਾਂ ਦੇ ਕੇਸਿਸ ਚੱਲ ਰਹੇ ਨੇ, ਜੋ ਵੀ ਵਾਟ ਐਵਰ। ਸੋ ਇਸ ਦੇ ਬਾਰੇ ਸਾਰੀ ਗੱਲਬਾਤ ਕਰਨੀ ਚਾਹਾਂਗੇ ਅਸੀਂ। ਸੰਜੀਵ ਜੀ ਦੇਖੋ, ਇਹ ਸਿਲਸਿਲਾ ਕੰਟੀਨਿਊਸਲੀ ਬਿਕੋਜ਼ ਅਮਰੀਕਾ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਲੈਂਡ ਆਫ ਅਪਰਚੂਨਿਟੀਜ਼, ਅਮਰੀਕਨ ਡ੍ਰੀਮਸ। ਸੋ ਬਹੁਤ ਸਾਰੇ ਅੱਖਰ ਨੇ ਇਸ ਚੀਜ਼ ਨੂੰ ਡਿਫਾਈਨ ਕਰਨ ਲਈ। ਸੋ ਫਾਈਨਲੀ ਇੱਕ ਗੱਲ ਬੜੀ ਪੱਕੀ ਆ ਕਿ ਅਮਰੀਕਾ ਦੇ ਵਿੱਚ ਜਿਹੜੀ ਇਨਫਿਲਟਰੇਸ਼ਨ ਆ ਜਾਂ ਹਿਊਮਨ ਸਮਗਲਿੰਗ ਆ, ਇਹ ਅੱਜ ਦਾ ਸਬਜੈਕਟ ਨਹੀਂ, ਬਹੁਤ ਪੁਰਾਣਾ ਸਬਜੈਕਟ ਆ ਔਰ ਕੰਟੀਨਿਊਸਲੀ ਚੱਲਦਾ ਆ ਰਿਹਾ ਜੀ। ਜਦੋਂ ਕਿਤੇ ਕੋਈ ਹਾਦਸਾ ਵਾਪਰਦਾ ਆ ਉਦੋਂ ਹੀ ਮੀਡੀਆ ਦੇ ਵਿੱਚ ਆਉਂਦਾ ਆ। ਸੋ ਕਈ ਜਿਹੜੇ ਹਾਦਸੇ ਪਕੜ ਦੇ ਵਿੱਚ ਨਹੀਂ ਆਉਂਦੇ, ਸੋ ਇਹ ਰੂਟੀਨ ਦੇ ਵਿੱਚ ਹੁੰਦੇ ਆ। ਬਿਕੋਜ਼ ਜਦੋਂ ਤੁਸੀਂ ਕੋਈ ਜਿੱਦਾਂ ਹੁਣ ਪਾਕਿਸਤਾਨ ਬਾਰਡਰ 'ਤੇ ਹੀਰੋਇਨ ਹਰ ਦੂਜੇ ਚੌਥੇ ਦਿਨ ਫੜੀ ਜਾਂਦੀ ਹੈ। ਸੋ ਉਹਦਾ ਮਤਲਬ ਇਹ ਹੈ ਕਿ ਬਹੁਤ ਸਾਰੀ ਨਹੀਂ ਵੀ ਫੜੀ ਜਾਂਦੀ, ਜਿਹੜੀ ਲਗਾਤਾਰ ਅੰਦਰ ਆਉਂਦੀ ਹੈ, ਆ ਰਹੀ ਹੈ। ਸੋ ਜਿਹੜਾ ਫੜਿਆ ਗਿਆ ਉਹ ਸਾਡੀ ਖਬਰ ਦੇ ਵਿੱਚ ਆ। ਸੋ ਅਗਰ ਇਸੇ ਤਰੀਕੇ ਨਾਲ ਜਿਹੜਾ ਹਾਦਸਾ ਹੋ ਗਿਆ ਉਹ ਖਬਰ ਦੇ ਵਿੱਚ ਹੈ। ਤੁਸੀਂ ਵੇਖੋ 5 ਲੱਖ ਅਗਰ ਅੰਦਰ ਗਏ ਤਾਂ ਕਿੰਨੇ ਹਾਦਸੇ ਹੋਏ ਹੋਣਗੇ। ਸੋ ਅਮਰੀਕਾ ਦੇ ਵਿੱਚ ਇੱਕ ਗੱਲ ਜਿਹੜੀ ਲਾਈਕ ਜਿਹਦੇ ਬਾਰੇ ਸਭ ਨੂੰ ਸ਼ਾਇਦ ਗਿਆਨ ਹੈਗਾ। ਸੋ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਜਿੱਦਾਂ ਅਸੀਂ ਪਾਕਿਸਤਾਨ ਦੇ ਉੱਪਰ ਹੈਰੋਇਨ ਅੰਦਰ ਆਉਂਦੀ ਆ, ਡਰੋਨਸ ਦੇ ਉੱਪਰ ਅਸੀਂ ਗੋਲੀਆਂ ਮਾਰਦੇ ਹਾਂ, ਅਮਰੀਕਨ ਬਾਰਡਰ ਦੇ ਉੱਪਰ ਗੋਲੀਆਂ ਨਹੀਂ ਚੱਲਦੀਆਂ। ਓਕੇ। ਸੋ ਉੱਥੇ ਓਬਵੀਅਸਲੀ ਬਿਕੋਜ਼ ਅਮਰੀਕਾ ਇੱਕ ਐਸਾ ਮੁਲਕ ਹੈ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਹੀ ਪੈਦਾ ਹੋਇਆ, ਜਿਹਦਾ ਹੋਂਦ, ਜਿਹਦੀ ਐਗਜ਼ਿਸਟੈਂਸ, ਜਿਹਦੀ ਸਟਰਕਚਰ ਹੀ ਬੇਸਿਕਲੀ ਇਮੀਗ੍ਰੈਂਟਸ ਤੋਂ ਆ।
ਇੱਥੇ 100% ਲੋਕ ਬਾਹਰੋਂ ਹੀ ਆ ਕੇ ਵਸੇ ਆ। ਹਾਂ ਸੋ ਮੂਲ ਰੂਪ ਦੇ ਵਿੱਚ ਜਦੋਂ ਵੀ ਕੋਈ ਅੰਦਰ ਆਉਣਾ ਚਾਹ ਰਿਹਾ, ਉਹਦੇ ਨਾਲ ਇਨਹਿਊਮਨ ਟਰੀਟਮੈਂਟਸ ਨਹੀਂ ਹੁੰਦੀਆਂ, ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਜਲੀਲ ਨਹੀਂ ਕੀਤਾ ਜਾਂਦਾ। ਰਾਈਟ। ਹਾਂ, ਇੱਕ ਪ੍ਰਕਿਰਿਆ ਅਪਣਾਈ ਜਾਂਦੀ ਹੈ ਕਿ ਜਿਹੜਾ ਵੀ ਐਂਟਰ ਹੁੰਦਾ ਆ ਉਹ ਸਰੈਂਡਰ ਕਰਦੇ ਆ ਸਾਰੇ ਜਣੇ, ਉਹ ਹੱਥ ਖੜੇ ਕਰਕੇ, ਮੀਨਸ ਤੁਸੀਂ ਆਪਣੇ ਆਪ ਨੂੰ ਪੁਲਿਸ ਨੂੰ ਫੜਾਉਂਦੇ ਹੋ, ਦੈਨ ਬਾਰਡਰ ਗਾਰਡ ਤੁਹਾਨੂੰ ਕੈਂਪ ਦੇ ਵਿੱਚ ਲੈ ਕੇ ਜਾਂਦੀ ਹੈ। ਸੋ ਇਹ ਸਾਰਾ ਉਸੇ ਪ੍ਰਕਿਰਿਆ ਦਾ ਹਿੱਸਾ ਆ, ਨਹੀਂ ਤਾਂ ਮਤਲਬ ਉੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦੇਣ ਤਾਂ ਇਹ ਸਿਲਸਿਲਾ ਅੱਗੇ ਵਧ ਨਹੀਂ ਸਕਦਾ। ਰਾਈਟ। ਬਟ ਹਿਊਮਨਟੇਰੀਅਨ ਗਰਾਊਂਡਸ ਦੇ ਉੱਪਰ ਇਹ ਇਸ ਤਰੀਕੇ ਨਾਲ ਕੀਤਾ ਨਹੀਂ ਜਾ ਸਕਦਾ, ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਇਹਦੇ ਵਿੱਚ। ਹਾਂਜੀ। ਔਰ ਜਿੰਨੀਆਂ ਵੀ ਨੀਤੀਆਂ ਨੇ ਸਾਰੀਆਂ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਰਹਿੰਦੀਆਂ ਨੇ, ਹਮੇਸ਼ਾ ਅਸੀਂ ਵੇਖਦੇ ਹਾਂ। ਔਰ ਇਸੇ ਕਰਕੇ ਸੈਟਲਮੈਂਟ ਦਾ ਸਭ ਤੋਂ ਸੌਖਾ ਤਰੀਕਾ ਅਮਰੀਕਾ ਦੇ ਵਿੱਚ ਆ, ਇਸੇ ਕਰਕੇ ਉਹੀ ਇਸ ਚੀਜ਼ ਨੂੰ ਥੋੜੀ ਸ਼ਹਿ ਦਿੰਦਾ ਹੈ ਕਿ ਯੈਸ, ਇਹ ਰਸਤਾ ਰੁਕਦਾ ਨਹੀਂ ਹੈ। ਔਰ ਇੱਕ ਗੱਲ ਜਿਹੜੀ ਹੋਰ ਕਰਨੀ ਬਹੁਤ ਜ਼ਰੂਰੀ ਹੈ, ਇਹ ਜਿੰਨੇ ਵੀ ਲੋਕ ਇਸ ਰਸਤੇ ਤੋਂ ਜਾਂਦੇ ਆ, ਇਹ ਲੋਕ ਅੰਬੈਸੀ ਕਦੀ ਨਹੀਂ ਜਾਂਦੇ। ਹਾਂਜੀ। ਬਿਕੋਜ਼ ਇਹ ਵੀਜ਼ਾ ਸਿਸਟਮ ਦੇ ਵਿੱਚ ਯਕੀਨ ਨਹੀਂ ਕਰਦੇ। ਕੱਲੇ ਇੰਡੀਆ ਤੋਂ ਹੀ 1 ਸਾਲ ਦੇ ਵਿੱਚ 10 ਲੱਖ ਨਾਨ ਇਮੀਗ੍ਰੈਂਟ ਵੀਜ਼ਾਸ ਗ੍ਰਾਂਟ ਹੁੰਦੇ ਆ। ਸੋ 10 ਲੱਖ 1 ਸਾਲ ਦੇ ਵਿੱਚ ਕੱਲੇ ਇੰਡੀਆ ਨੂੰ ਵੀਜ਼ਾ ਗ੍ਰਾਂਟ ਹੁੰਦਾ ਆ। ਔਰ ਪੂਰੀ ਦੁਨੀਆ ਦੇ ਵਿੱਚ ਲਗਭਗ 10 ਮਿਲੀਅਨ ਵੀਜ਼ਾਸ ਗ੍ਰਾਂਟ ਕਰਦਾ ਹੈ ਅਮਰੀਕਾ, ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਨੇ ਜਿਹੜੇ। ਸੋ ਵੀਜ਼ਾਸ ਦੀ ਤਾਦਾਦ ਵੀ ਬਹੁਤ ਹੈ, ਬਟ ਉਹਦੇ ਬਾਵਜੂਦ ਵੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਵੀਜ਼ਾ ਨਹੀਂ ਮਿਲ ਸਕਦਾ, ਅਸੀਂ ਧੁਰੋਂ ਮੰਨ ਕੇ ਬੈਠੇ ਹਾਂ ਕਿ ਵੀਜ਼ਾ ਨਾਮ ਦੀ ਚੀਜ਼ ਸਾਡੇ ਲਈ ਨਹੀਂ ਬਣੀ, ਔਰ ਇਹ ਰਸਤਾ ਸ਼ੁਰੂ ਤੋਂ ਹੀ ਅਖਤਿਆਰ ਕੀਤਾ ਪਿਆ, ਉਹ ਇਸੇ ਚੀਜ਼ ਦਾ ਸ਼ਿਕਾਰ ਹੁੰਦੇ ਨੇ। ਔਰ ਇਹਦੇ 'ਚ ਬਹੁਤ ਹਾਦਸੇ ਨੇ, ਬਿਕੋਜ਼ ਇਹ ਹਿਊਮਨ ਸਮਗਲਿੰਗ ਆ, ਇਹ ਮਾਫੀਆ ਦਾ ਕੰਮ ਹੈ। ਸੋ ਮਾਫੀਆ ਬੰਦਿਆਂ ਨੂੰ ਸਮਗਲ ਕਰਦਾ, ਮਾਫੀਆ ਦੇ ਲਾਈਕ ਸਟੈਪਸ ਨੇ ਵੀ, ਪਹਿਲਾ ਦੂਸਰੇ ਨੂੰ ਹੈਂਡਓਵਰ ਕਰਦਾ, ਦੂਸਰਾ ਅਗਲੀ ਪਾਰਟੀ ਨੂੰ ਹੈਂਡਓਵਰ ਕਰਦਾ, ਔਰ ਜਗ੍ਹਾ ਜਿੱਥੇ ਹੈਂਡਓਵਰ ਕਰਦੇ ਨੇ ਉੱਥੇ ਪੇਮੈਂਟਸ ਉਹਨਾਂ ਦੀ ਰਿਲਾਈਜ਼ ਹੋਈ ਜਾਂਦੀਆਂ ਨੇ। ਸੋ ਇਸ ਤਰੀਕੇ ਨਾਲ ਨਗਾਂ ਵਾਲੀ ਥਿਊਰੀ ਹੈ ਕਿ ਮਤਲਬ ਅਗਰ 30 ਨਗ ਚੱਲੇ ਆ, 15 ਪਹੁੰਚ ਗਏ ਜਾਂ 20 ਪਹੁੰਚ ਗਏ, ਸੋ 10 ਦਾ ਤਾਂ ਪਤਾ ਹੈ ਨਹੀਂ, ਤਾਂ ਨਹੀਂ ਉਹਨਾਂ ਦਾ ਤਾਂ ਪਤਾ ਕੋਈ ਵੀ। ਉਹ ਹਾਦਸੇ ਜੰਗਲਾਂ ਦੇ ਅੰਦਰ ਵੀ ਬਹੁਤ ਸਾਰੇ ਹੁੰਦੇ ਆ। ਸੋ ਇਹਦਾ ਪਾਣੀ ਵਾਲਾ ਦਿਸ ਜਾਂਦਾ, ਬਿਕੋਜ਼ ਉਹਨੂੰ ਬਚਾ ਵੀ ਲਿਆ ਗਿਆ, ਸਾਹਮਣੇ ਆ ਗਿਆ। ਸੋ ਇਹ ਮਾਲਟਾ ਤੋਂ ਲੈ ਕੇ ਪਨਾਮਾ ਤੋਂ ਲੈ ਕੇ ਬਾਹਾਮਾਸ ਤੱਕ ਦੀਆਂ ਜਿਹੜੀਆਂ ਸਟੋਰੀਜ਼ ਨੇ, ਇਹ ਬੇਸਿਕਲੀ ਸਾਡੇ ਉਸੇ ਹੀ ਲਾਲਚ ਦਾ ਜ਼ਰੀਆ ਹੈ ਕਿ ਜਿਹਦਾ ਕਰਕੇ ਸਾਨੂੰ ਲੱਗਦਾ ਕਿ ਜੋਖਮ ਲੈ ਕੇ ਜਾਣਾ, ਬਟ ਸ਼ਾਇਦ ਟਿਕਾਣੇ ਲਾ ਕੇ ਸਾਡੀ ਅਗਲੀ ਜ਼ਿੰਦਗੀ ਸੰਵਰ ਜਾਂਦੀ ਹੈ। ਸੋ ਅੱਜ ਮੌਕਾ ਆ ਕਿ ਅਸੀਂ ਅੰਬੈਸੀ ਜਾ ਕੇ ਵੀਜ਼ਾ ਲੈ ਕੇ ਲਗਾਤਾਰ ਆਉਣ ਜਾਣ ਆਪਣਾ ਬਣਾਈ ਰੱਖ ਸਕਦੇ ਹਾਂ। ਦੁਨੀਆ ਦਾ ਸਭ ਤੋਂ ਵੱਡਾ ਵੀਜ਼ਾ ਜਿਹੜਾ ਆ ਉਹ ਅਮਰੀਕਾ ਦਿੰਦਾ ਹੈ 10 ਸਾਲ ਦਾ ਜੀ। ਦੁਬਈ ਅਗਰ ਇਹ ਵੀਜ਼ਾ ਦੇਵੇ ਤਾਂ ਉਹ ਉੱਥੋਂ ਦੀ ਸਭ ਤੋਂ ਵੱਡੀ ਪ੍ਰਿਵਿਲੇਜ ਹੈ। ਦੁਬਈ ਦੇ 'ਚ ਉਹਨੂੰ ਗੋਲਡਨ ਵੀਜ਼ਾ ਕਿਹਾ ਜਾਂਦਾ, ਔਰ ਜਿਹਦੇ ਕੋਲ ਗੋਲਡਨ ਵੀਜ਼ਾ ਆ ਉਹਨੂੰ ਜਹਾਜ਼ ਵੀ, ਮਤਲਬ 에ਅਰਲਾਈਨਸ ਵੀ ਮਨਾ ਨਹੀਂ ਕਰ ਸਕਦੀ, ਭਾਵੇਂ ਇੱਕ ਸਿੰਗਲ ਪੈਸੇਂਜਰ ਆ, ਉਹਨੂੰ ਪੂਰੀ ਫਲਾਈਟ ਲੈ ਕੇ ਜਾਣਾ ਪੈਂਦਾ ਹੈ। ਓਬਰਾਏ ਸਾਹਿਬ ਦੀ ਐਗਜ਼ਾਮਪਲ ਹੈ। ਓਬਰਾਏ ਸਾਹਿਬ ਨੂੰ ਮੈਂ ਮਿਲਿਆ ਸੀ, ਔਰ ਯੈਸ ਉਹਨਾਂ ਦੀ ਸਟੋਰੀ ਦੱਸ ਰਿਹਾ, ਔਰ ਇਦਾਂ ਦੀਆਂ ਬਹੁਤ ਸਾਰੀਆਂ ਸਟੋਰੀਜ਼ ਨੇ। ਸੋ ਉੱਥੋਂ ਦਾ ਸਭ ਤੋਂ ਵੱਡਾ ਜਿਹੜਾ ਖਿਤਾਬ ਹੈ ਵੀਜ਼ਾ ਦੀ ਇਮੀਗ੍ਰੇਸ਼ਨ ਦੇ ਵਿੱਚ, ਉੱਥੇ 10 ਸਾਲ ਦਾ ਵੀਜ਼ਾ ਦਿੰਦੇ ਨੇ, ਔਰ ਇੱਥੋਂ ਦਾ ਸ਼ੁਰੂਆਤੀ ਵੀਜ਼ਾ ਇਹ ਹੈ। ਸੋ ਹਰ ਨਾਨ ਇਮੀਗ੍ਰੈਂਟ ਬੰਦੇ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਆ, ਜਿਹਦੇ ਵਿੱਚ ਕਿ ਤੁਹਾਡੇ ਕੋਲ 6 ਮਹੀਨੇ ਤੱਕ ਦੀ ਐਂਟਰੀ ਆ। ਸੋ ਤੁਸੀਂ ਮਲਟੀਪਲ ਵਿਜ਼ਿਟਸ ਕਰ ਸਕਦੇ ਹੋ, ਆਪਣਾ ਦਬਦਬਾ ਕਾਇਮ ਰੱਖ ਸਕਦੇ ਹੋ, ਆਪਣੀ ਇਮੀਗ੍ਰੇਸ਼ਨ ਟਰੈਵਲ ਹਿਸਟਰੀ। ਅਮਰੀਕਾ ਦਾ ਵੀਜ਼ਾ ਹੋਵੇ, ਤੈਨੂੰ ਹੋਰ ਕੋਈ ਮੁਲਕ ਵੀ ਮਨਾ ਨਹੀਂ ਕਰਦਾ। ਸੋ ਜਦੋਂ ਅੰਬੈਸੀ ਵੈਲਕਮਿੰਗ ਆ, ਅੰਬੈਸੀ ਦੇ ਬੂਹੇ ਖੁੱਲੇ ਨੇ, ਅਸੀਂ ਸਿਰਫ ਖੜਕਾਉਣ ਤੋਂ ਹਿਚਕਦੇ ਹਾਂ। ਸਾਨੂੰ ਲੱਗਦਾ ਕਿ ਮੇਰੇ ਲਈ ਨਹੀਂ ਖੁੱਲਣਾ, ਬਟ ਜੇਕਰ ਅਸੀਂ ਜਾ ਕੇ ਟਰਾਈ ਨਹੀਂ ਕਰਾਂਗੇ, ਕੁੰਡਾ ਨਹੀਂ ਖੜਕਾਵਾਂਗੇ, ਸੋ ਇਹ ਉਹੀ ਸਭ ਮਤਲਬ ਉਹ ਮਾਨਸਿਕਤਾ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਪਾਣੀ ਦੇ ਵਿੱਚ ਛਾਲ ਤਾਂ ਮਾਰਨੀ ਆ ਜੇ ਪਤਾ ਲੱਗ ਜਾਏ ਕਿ ਸਵਿਮਿੰਗ ਆਉਣੀ ਆ। ਸੋ ਸਵਿਮਿੰਗ ਸਿੱਖਣ ਦਾ ਫਾਰਮੂਲਾ ਇਹ ਹੈ ਕਿ ਤੁਹਾਨੂੰ ਪਾਣੀ 'ਚ ਛਾਲ ਮਾਰਨੀ ਪੈਂਦੀ ਆ। ਸੋ ਸੇਮ ਤਰੀਕੇ ਨਾਲ ਅੰਬੈਸੀ ਦਾ ਜਿਹੜਾ ਅਗਰ ਵੀਜ਼ਾ ਚਾਹੁੰਦੇ ਹੋ ਤਾਂ ਵੀਜ਼ਾ ਅੰਬੈਸੀ ਜਾ ਕੇ ਮਿਲਣਾ ਹੈ। ਸੋ ਅੰਬੈਸੀ ਦੇ ਪ੍ਰੋਟੋਕੋਲਸ ਨੇ, ਅੰਬੈਸੀ ਦੀਆਂ ਨੀਤੀਆਂ ਨੇ, ਉਹਨਾਂ ਨੂੰ ਪੂਰਾ ਕਰੋ। ਯੰਗਸਟਰਸ ਆ ਸਟੂਡੈਂਟ ਵੀਜ਼ਾ ਲੈਂਦੇ ਆ, ਜਿਹੜੇ ਵੱਡੇ ਨੇ ਉਹ ਟੂਰਿਸਟ ਵੀਜ਼ਾ ਲੈਂਦੇ ਆ। ਸੋ ਸਟੂਡੈਂਟ ਵੀਜ਼ਾ 5 ਸਾਲ ਦਾ ਅਨਕੰਡੀਸ਼ਨਲ ਮਿਲਦਾ, ਕਿਸੇ ਮੁਲਕ 'ਚ ਏਡਾ ਲੰਬਾ ਵੀਜ਼ਾ ਨਹੀਂ ਮਿਲਦਾ। ਸੋ ਅਸੀਂ ਇਸ ਦਰਿਆਦਿਲੀ ਦੇ ਅਗੇਂਸਟ ਚੱਲ ਕੇ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਹੋ ਰਹੇ ਹਾਂ। ਸੋ ਜਿੱਥੇ ਅਮਰੀਕਾ ਦਰਿਆ ਦਿਲ ਆ, ਜਿੱਥੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦਰਿਆ ਦਿਲ ਨੇ, ਉੱਥੇ ਸਾਡਾ ਬਿਹੇਵੀਅਰ ਜਿਹੜਾ ਆ ਉਹ ਬਹੁਤ ਅਲੱਗ ਗਲਤ ਹੈ। ਸੋ ਸਾਨੂੰ ਆਪਣਾ ਬਿਹੇਵੀਅਰ ਚੇਂਜ ਕਰਨਾ ਪਊਗਾ। ਸਾਨੂੰ ਐਜ਼ ਅ ਸੁਸਾਇਟੀ ਸਭ ਨੂੰ ਵੀ ਨੀਡ ਟੂ ਗ੍ਰੈਜੂਏਟ, ਵੀ ਨੀਡ ਟੂ ਅੰਡਰਸਟੈਂਡ ਕਿ ਵੀਜ਼ਾ ਗ੍ਰਾਂਟ ਕਰਨਾ ਜਾਂ ਵੀਜ਼ਾ ਲੈਣਾ ਕੋਈ ਬਹੁਤ ਔਖੀ ਪ੍ਰਕਿਰਿਆ ਨਹੀਂ ਹੈਗੀ। ਸੋ ਉਹੀ ਸਾਨੂੰ ਜਿਹੜੇ ਲੈ ਜਾਂਦੇ ਨੇ ਉਹ ਲੰਘ ਜਾਂਦੇ ਨੇ, ਜਿਨ੍ਹਾਂ ਦਾ ਨਹੀਂ ਲੱਗਦਾ ਉਹ ਹਾਏ ਤੋਬਾ ਮਚਾਉਂਦੇ ਨੇ, ਜਿਹਨੂੰ ਵੇਖ ਕੇ ਸਭ ਨੂੰ ਲੱਗਦਾ ਕਿ ਇਹ ਬੜਾ ਔਖਾ ਕੰਮ ਹੈ। ਸੋ ਸਾਨੂੰ ਸਿਰਫ ਉਹ ਚੀਜ਼ਾਂ ਦਿਸਦੀਆਂ ਨੇ ਜਿਹੜੀਆਂ ਅਸੀਂ ਗ੍ਰਹਿਣ ਕਰਨਾ ਚਾਹੁੰਦੇ ਹਾਂ, ਸਾਨੂੰ ਸਿਰਫ ਨੈਗੇਟਿਵਿਟੀ ਦਿਸਦੀ ਹੈ। ਆਬਵੀਅਸਲੀ ਵੈਸੇ ਹੀ ਜਾਓਗੇ, ਦੋ ਹੀ ਚੀਜ਼ਾਂ ਨੇ, ਜਾਂ ਵੀਜ਼ਾ ਲੱਗਦਾ ਜਾਂ ਨਹੀਂ ਲੱਗਦਾ। ਤੁਸੀਂ ਅੱਜ ਸ਼ਰਤਾਂ ਪੂਰੀਆਂ ਨਹੀਂ ਕਰਦੇ, ਹੋ ਸਕਦਾ ਤੁਹਾਡਾ ਸਾਲ ਬਾਅਦ ਸੋਸ਼ਲ ਸਟੇਟਸ ਚੇਂਜ ਹੋਇਆ ਹੋਵੇ,
ਤੁਹਾਡੀ ਪੜ੍ਹਾਈ ਦੇ ਜਿਹੜੇ ਨੰਬਰ ਦੁਆਰਾ ਬਿਹਤਰ ਹੋਏ ਹੋਣ, ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਹੋਰ ਜ਼ਿਆਦਾ ਵਧੀਆ ਹੋ ਜਾਣ, ਤੁਹਾਡੀ ਇੰਟਰਵਿਊ ਹੋਰ ਜ਼ਿਆਦਾ ਰਿਸਪੌਂਸਿਵ ਹੋ ਜਾਵੇ। ਸ਼ੋਰ ਬਿਕੋਜ਼ ਅਗਰ ਤੁਸੀਂ ਵੀਜ਼ਾ ਆਫਿਸਰ ਦੇ ਨਾਲ ਇੰਟਰੋਗੇਸ਼ਨ ਟਾਈਪ ਆਫ ਇੰਟਰਵਿਊ ਦੋਗੇ ਕਿ ਤੁਹਾਨੂੰ ਪੁੱਛ ਰਿਹਾ ਤਾਂ ਤੁਸੀਂ ਰੋਬੋਟਿਕ ਅੰਦਾਜ਼ਨ ਤਰੀਕੇ ਨਾਲ ਜਵਾਬ ਦੇ ਰਹੇ ਹੋ, ਫਿਰ ਇੰਟਰਵਿਊਜ਼ ਨਹੀਂ ਪਾਸ ਹੁੰਦੀਆਂ। ਸੋ ਤੁਹਾਨੂੰ ਸਹਿਜ ਅਵਸਥਾ ਦੇ ਵਿੱਚ ਤੁਹਾਨੂੰ ਜੋ ਤੁਹਾਡੇ ਕੋਲ ਹੈ ਆਪਣਾ ਬੈਸਟ ਦੱਸਣਾ ਹੈ ਉੱਥੇ, ਔਰ ਜਿੰਨਾ ਸਹਿਜ ਅਵਸਥਾ 'ਚ ਤੁਸੀਂ ਦੱਸੋਗੇ ਉਨਾ ਹੀ ਵੀਜ਼ਾ ਆਸਾਨੀ ਨਾਲ ਮਿਲਦਾ ਹੈ। ਸੋ ਸਾਨੂੰ ਸਿਰਫ ਆਪਣੇ ਆਪ ਤੇ ਯਕੀਨ ਕਰਨਾ ਹੈ ਕਿ ਇਹ ਅੰਬੈਸੀ ਵੀਜ਼ਾ ਦਿੰਦੀ ਹੈ ਔਰ ਸਾਨੂੰ ਉਸ ਪ੍ਰਕਿਰਿਆ ਦਾ ਪਾਲਣ ਕਰਨਾ ਹੈ। ਸਾਨੂੰ ਸਿਰਫ ਇਹ ਸਮਝਣਾ ਹੈ ਕਿ ਅੰਬੈਸੀ ਜਾਣ ਦਾ ਪ੍ਰੋਟੋਕਾਲ ਕੀ ਹੈ, ਜਿਹੜਾ ਵੀਜ਼ਾ ਅਸੀਂ ਅਪਲਾਈ ਕਰ ਰਹੇ ਹਾਂ ਉਹਦੀ ਜ਼ਰੂਰਤ ਕੀ ਹੈ। ਜਿੱਦਾਂ ਸਟੂਡੈਂਟ ਵੀਜ਼ਾ ਹੈ, ਸਟੂਡੈਂਟ ਵੀਜ਼ਾ ਦੇ ਵਿੱਚ ਪ੍ਰੋਗਰੈਸ਼ਨ ਦਿਸਣੀ ਬਹੁਤ ਜ਼ਰੂਰੀ ਹੈ ਜੀ। ਉਹਦੇ 'ਚ ਤੁਹਾਡੇ ਬਹੁਤ ਜ਼ਿਆਦੀਆਂ ਛੋਟੀਆਂ ਚੀਜ਼ਾਂ ਨੂੰ ਇਹ ਅੰਬੈਸੀ ਇਗਨੋਰ ਕਰਦੀ ਹੈ, ਚਾਹੇ ਤੁਹਾਡੇ ਕੋਲ ਲੰਬੇ ਸਾਰੇ ਗੈਪਸ ਨੇ, ਅੰਬੈਸੀ ਨੂੰ ਕੋਈ ਪਰਵਾਹ ਨਹੀਂ ਹੈਗੀ। ਸੋ ਅਗਰ ਤੁਸੀਂ ਕਿਸੇ ਨਾ ਕਿਸੇ ਯੂਜ਼ਫੁਲ ਐਕਟੀਵਿਟੀ 'ਚ ਇਨਵੋਲਵ ਰਹੇ ਹੋ ਤਾਂ ਜਿਹੜੇ ਸੀਨੀਅਰ ਸਟੂਡੈਂਟਸ ਨੇ, 40-40 ਸਾਲ ਦੇ ਸਟੂਡੈਂਟਸ ਆ, ਉਹਨਾਂ ਨੂੰ ਵੀ ਵੀਜ਼ਾ ਮਿਲਦੇ ਆ। ਸੋ ਇਸੇ ਤਰੀਕੇ ਨਾਲ ਅਗਰ ਤੁਸੀਂ ਘੁੰਮਣ ਫਿਰਨ ਚੱਲੇ ਹੋ, ਤੁਹਾਨੂੰ ਪਤਾ ਹੋਵੇ ਕਿ ਮੈਂ ਅਗਰ ਕਿਤੇ ਘੁੰਮਣ ਫਿਰਨ ਦਾ ਮਤਲਬ ਹੈ ਕਿ ਪੈਸੇ ਖਰਚਣੇ, ਪੈਸੇ ਕਮਾਉਣੇ, ਤੁਹਾਡੇ ਕੋਲ ਪੈਸੇ ਹੋਣੇ। ਅਗਰ ਅਸੀਂ ਸਰਮਾਏਦਾਰੀ ਸਿੱਧ ਕਰਦੇ ਹਾਂ ਤੇ ਉਹ ਵੀ ਵੀਜ਼ੇ ਆਸਾਨੀ ਨਾਲ ਮਿਲਦੇ ਆ। ਸੋ ਵੀਜ਼ਾਸ ਦੀ ਦੁਨੀਆ ਔਖੀ ਨਹੀਂ ਹੈਗੀ। ਓਕੇ। ਸੋ ਵੀਜ਼ਾਸ ਦੀ ਦੁਨੀਆ ਬਹੁਤ ਸਧਾਰਨ ਹੈ। ਬਸ ਇਹ ਹੈ ਕਿ ਹਰ ਬੰਦੇ ਨੂੰ ਇਹਦੀ ਸਮਝ ਨਹੀਂ ਹੈਗੀ, ਔਰ ਇਸੇ ਕਰਕੇ ਸਾਡੇ ਸ਼ੋਅ ਦਾ ਮਕਸਦ ਇਹੀ ਹੈ ਕਿ ਉਹ ਜਾਣਕਾਰੀਆਂ ਜਿਹੜੀਆਂ ਲੋਕਾਂ ਨੂੰ ਬਹੁਤ ਔਖੀਆਂ ਲੱਗਦੀਆਂ ਨੇ ਉਹ ਸਹਿਜ ਲੱਗਣ ਤੇ ਉਹ ਸਿੱਧੇ ਰਸਤੇ ਨਾਲ ਜਾਣ, ਆਪਣੀਆਂ ਜਾਨਾਂ ਦੇ ਨਾਲ ਖਿਲਵਾੜ ਨਾ ਕਰਨ। ਇਹ ਬਹੁਤ ਕੀਮਤੀ ਨੇ। ਬਾਬੇ ਨੇ ਤੁਹਾਨੂੰ ਮੌਕਾ ਦਿੱਤਾ ਹੈ ਇਸ ਦੁਨੀਆ 'ਚ ਵਿਚਰਨ ਦਾ, ਹੱਸਣ ਖੇਡਣ ਦਾ, ਖੁਸ਼ੀਆਂ ਮਾਣਨ ਦਾ। ਸੋ ਇਹਨੂੰ ਪੁੱਠੇ ਸਿੱਧੇ ਰਾਹਾਂ ਤੇ ਜਾ ਕੇ ਆਪਣੀਆਂ ਲਾਈਫਸ ਨਾਲ ਨਾ ਖੇਡੋ ਬਿਲਕੁਲ ਸਹੀ ਗੱਲ ਔਰ ਹੈ, ਆਪਣੀਆਂ ਜ਼ਿੰਦਗੀਆਂ ਨਾ ਗਵਾਓ। ਬਿਕੋਜ਼ ਵਨ ਟਾਈਮ ਚਾਂਸ ਹੈ ਜਿਹੜੀ ਇਹ ਲਾਈਫ ਮਿਲੀ ਹੈ, ਉਸ ਤੋਂ ਬਾਅਦ ਕੀ ਹੋਣਾ ਪਤਾ ਨਹੀਂ, ਇਸ ਤੋਂ ਪਹਿਲਾਂ ਕੀ ਸੀ ਪਤਾ ਨਹੀਂ। ਇਜ਼ ਇਟ ਵਨ ਟਾਈਮ ਚਾਂਸ। ਸੋ ਵਨ ਟਾਈਮ ਚਾਂਸ ਨੂੰ ਤੁਸੀਂ ਇਸ ਤਰ੍ਹਾਂ ਖੱਜਲ ਕਰੋਗੇ, ਖਰਾਬ ਕਰੋਗੇ, ਔਰ ਕਈ ਵਾਰ ਜਾਨ ਵੀ ਚਲੀ ਜਾਂਦੀ ਹੈ। ਕੀ ਖੱਟਿਆ ਕੀ, ਕੁਝ ਵੀ ਨਹੀਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਬਲਕਿ ਅਸੀਂ ਇਹ ਦੇਖਦੇ ਹਾਂ ਅਰਵਿੰਦਰ ਜੀ ਕਿ ਸਿਰਫ ਭਾਰਤ ਵਿੱਚ ਨਹੀਂ, ਹੋਰ ਵੀ ਕਈ ਮੁਲਕਾਂ ਤੋਂ, ਹੋਰ ਵੀ ਕਈ ਥਾਵਾਂ ਦੇ ਨਾਗਰਿਕ ਜਿਹੜੇ ਨੇ, ਸਿਟੀਜ਼ਨਸ ਜਿਹੜੇ ਨੇ, ਉਹ ਟਰਾਈ ਕਰਦੇ ਨੇ ਅਮਰੀਕਾ ਜਾਣ ਦੀ, ਕਿਉਂਕਿ ਸਾਰੇ ਮਰਨ ਵਾਲੇ ਪੰਜਾਬੀ ਜਾਂ ਭਾਰਤੀ ਨਹੀਂ ਹੁੰਦੇ, ਕੁਝ ਦੂਜੇ ਮੁਲਕਾਂ ਦੇ ਵੀ ਲੋਕ। ਬਿਲਕੁਲ, ਅਮਰੀਕਾ ਦੇ ਵਿੱਚ ਪਨਾਹ ਸੌਖੀ ਮਿਲ ਜਾਂਦੀ ਹੈ। ਬੇਸਿਕਲੀ ਤੁਹਾਡਾ ਕੇਸ ਸੌਖਾ ਫਾਈਲ ਹੋ ਜਾਂਦਾ ਹੈ। ਔਰ ਪੂਰੀ ਦੁਨੀਆ ਦੇ ਵਿੱਚ ਕੋਈ ਐਸਾ ਮੁਲਕ ਹੈ ਨਹੀਂ ਜਿੱਥੇ ਜਿਹੜਾ ਇਲੀਗਲ ਬੰਦਾ ਦੱਸ ਕੇ ਇਲੀਗਲ ਰਹਿ ਸਕੇ। ਅਮਰੀਕਾ ਐਸਾ ਮੁਲਕ ਹੈ ਜਿੱਥੇ ਤੁਸੀਂ ਜਾਂਦੇ ਹੋ, ਜਾਂਦੇ ਆਪਣੀ ਪਟੀਸ਼ਨ ਫਾਈਲ ਕਰਦੇ ਹੋ, ਤੁਸੀਂ ਆਪਣਾ ਕੇਸ ਫਾਈਲ ਕਰਦੇ ਹੋ ਔਰ ਤੁਸੀਂ ਸਰਕਾਰ ਨੂੰ ਕਹਿੰਦੇ ਹੋ ਜੀ ਮੈਂ ਘਰ ਨਹੀਂ ਜਾ ਰਿਹਾ, ਮੈਂ ਇੱਥੇ ਰਹਿ ਰਿਹਾ। ਗਵਰਨਮੈਂਟ ਤੁਹਾਨੂੰ ਵਰਕ ਪਰਮਿਟ ਦਿੰਦੀ ਹੈ। ਸੋ ਤੁਸੀਂ ਉੱਥੇ ਰਹਿ ਸਕਦੇ ਹੋ, ਰਹਿਣ ਦਾ ਅਧਿਕਾਰ ਦਿੰਦੀ ਹੈ। ਸੋ ਤੁਹਾਡਾ ਕੇਸ ਅਲੱਗ ਤੋਂ ਚੱਲਦਾ ਹੈ। ਇਹ ਪ੍ਰਕਿਰਿਆ ਪੂਰੀ ਦੁਨੀਆ 'ਚ ਕਿਤੇ ਨਹੀਂ ਹੈਗੀ। ਸੋ ਇਹ ਪੂਰੀ ਦੁਨੀਆ 'ਚ ਅਗਰ ਪਤਾ ਲੱਗ ਜਾਏ, ਇੰਗਲੈਂਡ ਦੇ ਵਿੱਚ ਪਤਾ ਲੱਗ ਜਾਏ ਤੁਸੀਂ ਇਲੀਗਲ ਹੋ, ਤੁਹਾਨੂੰ ਚੱਕ ਕੇ ਬਾਹਰ ਮਾਰ ਦਿਓ। ਆਸਟ੍ਰੇਲੀਆ 'ਚ ਪਤਾ ਲੱਗ ਜਾਏ, ਨਿਊਜ਼ੀਲੈਂਡ 'ਚ ਪਤਾ ਲੱਗ ਜਾਏ, ਕੈਨੇਡਾ 'ਚ ਪਤਾ ਲੱਗ ਜਾਏ, ਕਿਸੇ ਵੀ ਮੁਲਕ ਦੇ ਵਿੱਚ ਪਤਾ ਲੱਗ ਜਾਏ ਕਿ ਤੁਸੀਂ ਇਲੀਗਲ ਹੋ, ਉਸ ਤੋਂ ਬਾਅਦ ਤੁਹਾਡਾ ਉਸ ਮੁਲਕ ਦੇ ਵਿੱਚ ਰਹਿਣਾ ਪੋਸੀਬਲ ਨਹੀਂ ਹੁੰਦਾ। ਓਕੇ। ਅਮਰੀਕਾ ਦੇ ਵਿੱਚ ਤੁਸੀਂ ਦੱਸ ਕੇ ਰਹਿੰਦੇ ਹੋ ਇਲੀਗਲ ਕਿ ਮੈਂ ਇਲੀਗਲ ਆ ਇੱਥੇ, ਸੋ ਮੈਂ ਆਪਣੇ ਮੁਲਕ ਨਹੀਂ ਜਾਣਾ ਚਾਹੁੰਦਾ, ਸੋ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ, ਐਂਡ ਤੁਹਾਨੂੰ ਰਹਿਣ ਦਿੱਤਾ ਜਾਂਦਾ ਹੈ। ਹੋ, ਔਰ ਨਾਲ ਤੁਹਾਨੂੰ ਪ੍ਰੋਟੈਕਸ਼ਨ ਵੀ ਦਿੱਤੀ ਜਾਂਦੀ ਹੈ, ਹੱਕ ਵੀ ਦਿੱਤੇ ਜਾਂਦੇ ਨੇ, ਔਰ ਤੁਹਾਡਾ ਕੇਸ ਵੀ ਚੱਲਦਾ। ਕੱਲ ਨੂੰ ਤੁਸੀਂ ਪੱਕੇ ਵੀ ਹੋ ਸਕਦੇ ਹੋ। ਯੈਸ, ਬਹੁਤ ਸਾਰੇ ਲੋਕ ਪੱਕੇ ਹੁੰਦੇ ਨੇ, ਇਸੇ ਤਰੀਕੇ ਨਾਲ ਹੀ ਪੱਕੇ ਹੁੰਦੇ ਔਰ ਇਸੇ ਕਰਕੇ ਉਹ ਜਾਂਦੇ ਨੇ। ਬਿਕੋਜ਼ ਇਹ ਮੰਨਿਆ ਜਾਂਦਾ ਕਿ ਅਮਰੀਕਾ ਵਿੱਚ ਜਿਹੜੇ ਮੂਲ ਰੂਪ ਦੇ ਵਿੱਚ ਵੀ ਜਿਹੜੇ ਵਸਨੀਕ ਨੇ ਉਹ ਵੀ ਸਾਰੇ ਇਦਾਂ ਹੀ ਆਏ ਸੀ। ਓਕੇ। ਸੋ ਸਾਰੇ ਲੋਕ ਮਾਈਗ੍ਰੈਂਟਸ ਨੇ। ਇਸੇ ਕਰਕੇ ਜਿਹੜਾ ਇੱਕ ਕੰਟਰੀ ਦਾ DNA ਆ, ਕੰਟਰੀ ਦੀ ਸਟਰਕਚਰ ਆ, ਉਹ ਜਿਸ ਰੂਪ 'ਚ ਬਣੀ ਹੈ ਉਹਨੂੰ ਤੁਸੀਂ ਸਮਝ ਲਓ ਵੀ ਜਿੰਦਾ ਰੱਖਿਆ ਜਾਂਦਾ ਹੈ। ਸੋ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ। ਇਹ ਤੁਸੀਂ ਕੱਢ ਸਕਦੇ ਹੋ, ਹਾਲਾਂਕਿ ਜੇਕਰ ਤੁਸੀਂ ਟੈਕਨੀਕਲ ਤਰੀਕੇ ਨਾਲ ਕੱਢੋਗੇ ਤਾਂ ਜੋ ਮੈਂ ਬੋਲ ਰਿਹਾ ਇਦਾਂ ਦੇ ਮਤਲਬ ਕਦੇ ਨਹੀਂ ਨਿਕਲਨੇ, ਬਟ ਇਹ ਇੰਟਰਪ੍ਰੀਟੇਸ਼ਨ ਆ ਉਹਨਾਂ ਦੀ। ਸੋ ਤੁਸੀਂ ਉਹਨੂੰ ਅਗਰ ਸਮਝਣਾ ਚਾਹੁੰਦੇ ਹੋ ਤਾਂ ਯੈਸ, ਇਹੀ ਭਾਸ਼ਾ ਹੈ। ਓਕੇ। ਸੋ ਅਮਰੀਕਾ ਇਜ਼ ਅ ਈਜ਼ੀ ਥਿੰਗ। ਤੁਸੀਂ ਇਦਾਂ ਦੇ ਇਲੀਗਲ ਕੰਮ ਨਾ ਕਰੋ, ਇਹ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ। ਔਰ ਆਪਣੇ ਡਾਕੂਮੈਂਟਸ ਪੂਰੇ ਕਰੋ ਜਿਸ ਤਰ੍ਹਾਂ ਰਵਿੰਦਰ ਜੀ ਕਹਿ ਰਹੇ ਨੇ, ਔਰ ਜੋ ਵੀ ਅੰਬੈਸੀ ਦੀ ਰਿਕੁਆਇਰਮੈਂਟ ਹੈ, ਜੋ ਵੀ ਉਹਨਾਂ ਦਾ ਲਾਅ ਆਫ ਦਾ ਲੈਂਡ ਆ, ਉਹਦੇ ਮੁਤਾਬਿਕ ਤੁਸੀਂ ਸਾਰਾ ਕੁਝ ਤਿਆਰ ਕਰੋ ਤਾਂ ਤੁਹਾਨੂੰ ਪਰਮਿਸ਼ਨ ਮਿਲ ਸਕਦੀ ਹੈ। ਬਹੁਤ ਸਾਰੇ ਲੋਕ ਸਾਡੇ ਯਕੀਨ ਕਰਦੇ ਨੇ ਕਿ ਵੀਜ਼ਾ ਆਫਿਸਰ ਨੇ ਅਗਰ ਵੀਜ਼ਾ ਨਹੀਂ ਦਿੱਤਾ ਤਾਂ ਉਹ ਆਪਣੀ ਜਨਾਨੀ ਨਾਲ ਲੜ ਕੇ ਆਇਆ, ਉਹ ਅੱਜ ਸੌਖਾ ਨਹੀਂ ਹੈਗਾ, ਸੋ ਉਹਦਾ ਦਿਮਾਗ ਫਿਰਿਆ ਹੋਇਆ। ਸੋ ਸਾਨੂੰ ਇਹ ਸਮਝਣਾ ਪਊਗਾ ਕਿ ਵੀਜ਼ਾ ਆਫਿਸਰ ਇੱਕ ਸੈਲਰੀਡ EMPLOYEE ਆ ਜਿਹਨੂੰ ਉਹਦਾ ਕੰਮ ਕਰਨ ਦੀ ਤਨਖਾਹ ਮਿਲਦੀ ਹੈ। ਸਿਰਫ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਉਹਦਾ ਜੌਬ ਨਹੀਂ ਪਤਾ, ਉਹਦੀ ਜੌਬ ਕੀ ਹੈ। ਸੋ ਵੀ ਆਰ ਅਨਏਬਲ ਟੂ ਅੰਡਰਸਟੈਂਡ ਹਿਸ ਜੌਬ, ਹਿਸ ਪ੍ਰੋਫਾਈਲ, ਹਿਸ ਵਰਕਿੰਗ ਸਟਾਈਲ। ਸੋ ਸਾਨੂੰ ਉਹ ਸਮਝ ਨਹੀਂ ਹੈਗਾ। ਸੋ ਅਸੀਂ ਜਦੋਂ ਉਹਦੇ ਉਲਟ ਚੱਲਦੇ ਹਾਂ ਫਿਰ ਰਿਫਿਊਜ਼ਲਸ ਨੇ। ਜਦੋਂ ਸਾਨੂੰ ਸਮਝ ਹੋਏਗਾ ਕਿ ਵੀਜ਼ਾ ਆਫਿਸਰ ਦੀ ਮੇਰੇ ਕੇਸ ਦੇ ਵਿੱਚ ਜੌਬ ਕੀ ਹੈ, ਮੇਰੇ ਕੇਸ 'ਚ ਲੱਭੂਗਾ ਕਿ, ਮੇਰੇ ਕੇਸ 'ਚ ਪੁੱਛੂਗਾ ਕਿ, ਮੇਰੇ ਕੇਸ ਵਿੱਚ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਿਸ ਤਰੀਕੇ ਨਾਲ ਕਰਨਾ, ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਿਸ ਤਰੀਕੇ ਨਾਲ ਕਰਨਾ, ਮੈਂ ਕਿਹੜੇ ਪੁਆਇੰਟ ਪ੍ਰੂਵ ਕਰਨੇ ਨੇ, ਜਦੋਂ ਤੈਨੂੰ ਇਹ ਸਮਝ ਲੱਗ ਜੂਗੀ ਫਿਰ ਵੀਜ਼ਾ ਸਧਾਰਨ ਗੱਲਾਂ ਹੈ। ਫਿਰ ਤੇ ਵੀਜ਼ਾ ਪਰਮਿਸ਼ਨ ਟੂ ਐਂਟਰ ਹੈ। ਔਰ ਉਹ ਅਮਰੀਕਾ ਬਹੁਤ ਦਰਿਆਦਿਲੀ ਨਾਲ, ਬਹੁਤ ਖੁੱਲੇ ਦਿਲ ਨਾਲ ਦਿੰਦਾ ਹੈ।
ਔਰ ਇੱਕ ਚੀਜ਼ ਹੋਰ ਵੀ ਹੈ, ਅਸੀਂ ਪਿੱਛੇ ਜੇ ਨਿਊਜ਼ ਵੀ ਦੇਖ ਰਹੇ ਹਾਂ ਕਿ ਸਾਡਾ ਜੋ ਇੰਡੀਅਨ ਰੂਪੀ ਆ ਉਹ ਕਾਫੀ ਟੁੱਟਦਾ ਪਿਆ ਹੈ ਅਮਰੀਕਨ ਡਾਲਰ ਦੇ ਮੁਕਾਬਲੇ ਦੇ ਵਿੱਚ, ਜਿਸ ਕਰਕੇ ਸਟੂਡੈਂਟਸ ਨੂੰ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਨੇ, ਕਿਉਂਕਿ ਫੀਸ ਵੱਧ ਗਈ ਹੈ ਬਿਕੋਜ਼ ਮਨੀ ਦੀ ਵੈਲਿਊ ਘਟ ਜਾਂਦੀ ਹੈ ਜਦੋਂ ਆਪਣੇ ਆਪ ਫੀਸ ਵਧੇਗੀ। ਸੋ ਉਹ ਸਾਰੀ ਦਿੱਕਤ ਵੀ ਆ ਰਹੀ ਹੈ ਸਟੂਡੈਂਟਸ ਨੂੰ ਖਾਸ ਕਰਕੇ ਆ ਰਹੀ ਹੈ। ਇਹਦੇ ਬਾਰੇ ਥੋੜੀ ਬਹੁਤ ਗੱਲ ਆਪਾਂ ਕਰ ਸਕਦੇ ਹਾਂ। ਬੇਸਿਕਲੀ ਇਹ ਦਿੱਕਤ ਜ਼ਰੂਰ ਹੈਗੀ ਆ, ਬਟ ਇਹ ਇਕਨੋਮਿਸਟ ਦੀ ਨਜ਼ਰ ਤੋਂ ਆ। ਸੋ ਸਟੂਡੈਂਟਸ ਲਈ ਫੈਮਲੀਜ਼ ਅਸਲ 'ਚ ਪੰਜਾਬ 'ਚ ਖਾਸ ਕਰਕੇ ਜਦੋਂ ਬਾਹਰ ਦਾ ਪਲਾਨ ਬਣਾਉਂਦੇ ਨੇ, ਸੋ 10-20 ਰੁਪਏ ਉੱਪਰ ਥੱਲੇ ਹੁੰਦਾ ਆ, ਇੰਨਾ ਉਹਨਾਂ ਦੀ ਸਾਈਕੋਲੋਜੀ ਵਿੱਚ ਹੀ ਨਹੀਂ ਹੁੰਦਾ। ਸੋ ਅਸਲ 'ਚ ਇਹ ਚੀਜ਼ਾਂ ਬੋਦਰ ਕਰਦੀਆਂ ਹੀ ਨਹੀਂ। ਸੋ ਬਹੁਤ ਸਾਰੇ ਲੋਕ ਹੁੰਦੇ ਵੀ ਚੱਲ ਇੱਕ ਵਾਰੀ ਪੈਸੇ ਲਾਉਣੇ ਕੋਈ ਗੱਲ ਨਹੀਂ। ਸੋ ਸਾਡੇ ਜਿਹੜਾ ਵੀਜ਼ਾਸ ਨੂੰ ਉਹ ਰੁਪਈਆਂ ਦੀ ਪੰਡ ਨਾਲ ਹੀ ਤੋਲਿਆ ਜਾਂਦਾ ਹਮੇਸ਼ਾ, ਕਿ ਕੋਈ ਨਹੀਂ ਲਾਉਣੇ ਦੇ ਇੰਨੇ ਕੁ ਹੋਰ ਸਹੀ। ਬਟ ਸਟੂਡੈਂਟਸ ਦੀ ਅਫੋਰਡੇਬਿਲਟੀ ਦਾ ਯੈਸ ਫਰਕ ਪੈਂਦਾ ਆ। ਸੋ ਸਟੂਡੈਂਟਸ ਦੇ ਜਿੱਥੇ ਘੱਟ ਪੈਸੇ ਲੱਗਦੇ ਸੀ ਹੁਣ ਵੱਧ ਪੈਸੇ ਲੱਗਦੇ ਆ। ਸੋ ਇਕੋਨਮੀਜ਼ ਦੀ ਰਫਤਾਰ ਹੈ, ਸੋ ਥੋੜਾ ਸਲੰਪ ਦਾ ਅਸਰ ਹੈ। ਸੋ ਯੈਸ ਡੈਫੀਨੇਟਲੀ ਜੇਬ ਦੇ ਉੱਪਰ ਭਾਰ ਬਹੁਤ ਜ਼ਿਆਦਾ ਆ, ਬਟ ਇਹਦੇ ਨਾਲ ਯਕੀਨ ਮੰਨੋ ਰਫਤਾਰ ਸਟੂਡੈਂਟਸ ਦਾ ਫਲੋ, ਸਟੂਡੈਂਟਸ ਦੇ ਨੰਬਰਸ, ਉਹਦੇ ਉੱਪਰ ਅਸਰ ਨਹੀਂ ਪੈਂਦਾ। ਭਾਰ ਜ਼ਰੂਰ ਪੈਂਦਾ ਆ ਬਟ ਅਸਰ ਨਹੀਂ ਪੈਂਦਾ। ਰਾਈਟ। ਸੋ ਠੀਕ ਹੈ, ਨਾਰਮਲ ਹੈ ਔਰ ਨਾਰਮਲ ਵੇ ਨਾਲ ਹੀ ਇਹਨੂੰ ਟੈਕਲ ਕਰਨਾ ਚਾਹੀਦਾ। ਕੋਈ ਇੰਨਾ ਮਤਲਬ ਕਿਓਸ ਦੀ ਲੋੜ ਨਹੀਂ ਹੈ, ਕੋਈ ਇੰਨਾ ਘਬਰਾਉਣ ਦੀ ਲੋੜ ਨਹੀਂ ਹੈ, ਇਟਸ ਨਾਰਮਲ। ਜੀ ਆਬਵੀਅਸਲੀ ਦੱਸਿਆ ਕਿ ਬਿਹੇਵੀਅਰ ਸਾਡਾ ਨਾਰਮਲ ਹੈ। ਆਬਵੀਅਸਲੀ ਫਰਕ ਤੇ ਪੈਂਦਾ ਹੈ, ਪੈਸਾ ਹੀ ਹੈ, ਬਟ ਸਟਿਲ ਜਿਹੜੇ ਸਾਡੇ ਬਿਹੇਵੀਅਰ ਹੈ, ਸਾਈਕੋਲੋਜੀ, ਉਹਦੇ ਵਿੱਚ ਇਹਦਾ ਕੋਈ ਖਾਸ ਅਸਰ ਨਹੀਂ ਹੈਗਾ। ਬਿਲਕੁਲ ਜੀ, ਕਿਉਂਕਿ ਹੋਰ ਕੁਝ ਕਰ ਨਹੀਂ ਸਕਦੇ। ਕਿਉਂਕਿ ਤੁਸੀਂ ਇਹ ਜਾਣਨਾ ਚਾਹੁੰਦੇ ਹੋ, ਕਿਉਂਕਿ ਸਾਡੇ ਕੋਲ ਆਪਸ਼ਨਸ ਹੈ ਨਹੀਂ ਹੈ। ਆਪਸ਼ਨਸ ਨਹੀਂ ਹੈ, ਤੁਹਾਨੂੰ ਜਾਣਾ ਪਏਗਾ। ਮਹਿੰਗੇ ਸਸਤੇ ਦਾ ਕੰਪੈਰੀਜ਼ਨ ਉੱਥੇ ਅਗਰ ਸਾਡੇ ਕੋਲ ਆਪਸ਼ਨ ਹੈ ਕਿ ਆਹ ਖਰੀਦੀਏ ਕਿ ਆਹ ਖਰੀਦੀਏ, ਜਦੋਂ ਸਾਡੇ ਕੋਲ ਪ੍ਰੋਡਕਟ ਇੱਕ ਆ, ਅਸੀਂ ਇਸ ਮੁਲਕ ਤੋਂ ਜਾਣਾ ਚਾਹੁੰਦੇ ਹਾਂ ਔਰ ਜਿਹੜਾ ਜੋ ਬਾਏ ਕਰਨਾ ਵੀਜ਼ਾ ਆ, ਔਰ ਇੱਕ ਹੀ ਚੀਜ਼ ਆ, ਇੱਕ ਹੀ ਸੁਪਨਾ ਆ, ਇੱਕ ਹੀ ਤਰੀਕਾ ਆ। ਸੋ ਉਹਦੇ ਸਾਡੇ ਕੋਲ ਕੰਪੈਰੀਜ਼ਨਸ ਹੈ ਨਹੀਂ ਹੈ। ਸੋ ਇਸ ਕਰਕੇ ਮਹਿੰਗਾ ਹੋਵੇ ਸਸਤਾ ਹੋਵੇ ਸਟੂਡੈਂਟਸ ਨੇ ਜਾਣਾ ਹੀ ਹੈ, ਬਿਕੋਜ਼ ਇਹੀ ਉਹਨਾਂ ਦੀ ਬਿਹਤਰੀ ਵੱਲ ਇਸ ਟਾਈਮ ਕਦਮ ਹੈ। ਬਿਕੋਜ਼ ਇਹਦੇ ਨਾਲ ਹੀ ਉਹਨਾਂ ਦਾ ਭਵਿੱਖ ਸੁਰੱਖਿਅਤ ਆ, ਇਹਦੇ ਨਾਲ ਹੀ ਉਹਨਾਂ ਦਾ ਫਾਈਨੈਂਸ਼ੀਅਲ ਇੰਡੀਪੈਂਡੈਂਸ ਸੁਰੱਖਿਅਤ ਆ, ਔਰ ਇਸੇ ਚੀਜ਼ ਨਾਲ ਹੀ ਉਹ ਆਪਣਾ ਜਿਹੜਾ ਜ਼ਿੰਦਗੀ ਬਸਰ ਕਰਦੇ ਨੇ ਔਰ ਆਪਣੀ ਨਾਰਮਲ ਜਿਹੜੀ ਲਾਈਫ ਹੈ ਉਹ ਨਾਰਮਲ ਤਰੀਕੇ ਨਾਲ ਕੱਢਦੇ ਨੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਗੱਲ ਕੀਤੀ ਹੈ ਇਹਦੇ ਤੇ ਤੁਹਾਡਾ ਬਿਹੇਵੀਅਰ ਕਿੱਦਾਂ ਦਾ ਹੈ ਨਾ, ਤੁਹਾਡਾ ਐਟੀਟਿਊਡ ਕਿੱਦਾਂ ਦਾ ਹੈ। ਮਤਲਬ ਜੇ ਆਪਾਂ ਸਟੱਡੀ ਵਾਸਤੇ ਜਾ ਰਹੇ ਹਾਂ ਤਾਂ ਬੇਸਿਕਲੀ ਐਜੂਕੇਸ਼ਨ ਹੈ। ਤਾਂ ਕਿਸੇ ਐਕਸਪਰਟ ਨੂੰ ਪੁੱਛਿਆ ਜਾਂਦਾ ਨਾ ਜਦੋਂ ਕਿ ਵਾਟ ਇਜ਼ ਐਜੂਕੇਸ਼ਨ, ਜੀ ਜੀ, ਤਾਂ ਕਹਿੰਦਾ ਐਜੂਕੇਸ਼ਨ ਤੁਹਾਡਾ ਐਟੀਟਿਊਡ ਹੈ, ਬਿਲਕੁਲ ਐਜੂਕੇਸ਼ਨ ਤੁਹਾਡਾ ਬਿਹੇਵੀਅਰ ਹੈ। ਇਹ ਨਹੀਂ ਕਿ ਪੜ੍ਹ ਕੇ ਤੁਸੀਂ ਗੱਡਾ ਲੱਦਿਆ ਹੋਇਆ ਕਿਤਾਬਾਂ ਦਾ ਤੇ ਤੁਹਾਨੂੰ ਗੱਲ ਕਰਨ ਦਾ ਪਤਾ ਨਹੀਂ, ਤੁਹਾਨੂੰ ਕਮਿਊਨੀਕੇਸ਼ਨ ਦਾ, ਬੋਲਣ ਦਾ ਪਤਾ ਨਹੀਂ। ਸੋ ਜਿੱਦਾਂ ਦਾ ਤੁਹਾਡਾ ਐਟੀਟਿਊਡ ਹੈ ਕਿ ਤੁਸੀਂ ਦੂਸਰੇ ਨੂੰ ਦਿਲੋਂ ਇੱਜ਼ਤ ਦਿੰਦੇ ਹੋ ਕਿ ਨਹੀਂ ਦਿੰਦੇ ਹੋ, ਦੈਟ ਇਜ਼ ਐਜੂਕੇਸ਼ਨ। ਤੁਹਾਡਾ ਬਿਹੇਵੀਅਰ ਕਿੱਦਾਂ ਦਾ ਕਿ ਤੁਸੀਂ ਦਿਲੋਂ ਇੱਜ਼ਤ ਦਿੰਦੇ ਹੋ ਕਿ ਨਹੀਂ ਦਿੰਦੇ ਹੋ, ਦੈਟ ਇਜ਼ ਐਜੂਕੇਸ਼ਨ। ਤੁਹਾਡੇ ਕਿਰਦਾਰ ਵਿੱਚ ਝਲਕਦੀ ਆ। ਜੇ ਤੁਸੀਂ ਆਰਟੀਫੀਸ਼ੀਅਲ ਹੋ ਨਾ, ਉੱਤੋਂ ਇੱਜ਼ਤ ਦੇ ਰਹੇ ਹੋ, ਅੰਦਰੋਂ ਨਹੀਂ ਦੇ ਰਹੇ, ਉਹਨੂੰ ਪਤਾ ਲੱਗ ਜਾਂਦਾ। ਸੋ ਐਜੂਕੇਸ਼ਨ ਹੈ, ਇਸ ਕਰਕੇ ਸਟੱਡੀ ਵਾਸਤੇ ਤਾਂ ਜਾਣਾ ਹੀ ਪਏਗਾ। ਜੇ ਪੈਸਾ, ਕਿਉਂਕਿ ਹਜੇ ਕਹਿੰਦੇ ਨੇ ਕਿ ਸ਼ਾਇਦ ਹੋਰ ਰੁਪਈਆ ਟੁੱਟੇਗਾ, ਇਸ ਕਰਕੇ ਪਹਿਲਾਂ ਹੀ ਆਪਣੇ ਮਾਈਂਡ ਨੂੰ ਤਿਆਰ ਰੱਖੋ ਇਸ ਤਰ੍ਹਾਂ ਦੀ ਸਿਚੁਏਸ਼ਨ ਨਾਲ ਡੀਲ ਕਰਨ ਵਾਸਤੇ। ਸੋ ਸਟੂਡੈਂਟਸ ਦੇ ਨਾਲ ਜੁੜੀ ਹੋਈ ਅਗਲੀ ਵੀ ਨਿਊਜ਼ ਆਪਾਂ ਜੋ ਕੈਨੇਡਾ ਤੋਂ ਲਿੱਤੀ ਹੈ ਕਿ ਰਿਫਿਊਜ਼ਲਸ ਬਹੁਤ ਮਿਲ ਰਹੇ ਨੇ ਸਟੱਡੀ ਵੀਜ਼ਾ ਤੋਂ, ਔਰ ਸਟੂਡੈਂਟਸ ਨੂੰ ਬਹੁਤ ਇਸ ਵਕਤ ਉਦਾਸ ਨੇ ਔਰ ਪੈਸੇ ਵੀ ਫਸੇ ਹੋਏ ਨੇ। ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ। ਔਰ ਕੈਨੇਡਾ ਇਸ ਤਰ੍ਹਾਂ, ਕਿਉਂਕਿ ਕੈਨੇਡਾ ਤਾਂ ਹਮੇਸ਼ਾ ਸਾਨੂੰ ਕਹਿੰਦਾ ਸੀ ਆ ਜਾਓ, ਉਹਦੀ ਇਕਨੋਮੀ ਇਸ ਚੀਜ਼ ਉੱਤੇ ਬੇਸ ਕਰਦੀ ਹੈ, ਤੇ ਹੁਣ ਰਿਫਿਊਜ਼ ਕਰੇਗਾ, ਦੈਨ ਕਿੱਦਾਂ ਹੋਣ ਵਾਲਾ ਇਹ ਸਭ ਕੁਝ। ਦੇਖੋ ਇੱਕ ਗੱਲ ਬਹੁਤ ਸਾਫ਼ ਸਪਸ਼ਟ ਆ, ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਅੱਜ ਵੀ ਓਨੀਆਂ ਹੀ ਨੇ। ਸੋ ਕੈਨੇਡਾ ਦੇ ਵੀਜ਼ਾਸ ਅੱਜ ਵੀ ਓਨੇ ਹੀ ਆ। ਸੋ ਸਿਰਫ ਸਾਡੀਆਂ ਐਕਸਪੈਕਟੇਸ਼ਨਸ ਜਿਹੜੀਆਂ ਨੇ, ਜਾਂ ਕੁਝ ਕੰਪਨੀਜ਼ ਵੱਲੋਂ ਪ੍ਰਮੋਸ਼ਨ ਇਸ ਤਰੀਕੇ ਨਾਲ ਕੀਤੀਆਂ ਗਈਆਂ ਕਿ ਕੈਨੇਡਾ ਬੰਦ ਹੋ ਗਿਆ। ਔਰ ਅਸਲ ਦੇ ਵਿੱਚ ਕੈਨੇਡਾ ਬੰਦ ਨਹੀਂ ਹੋ ਰਿਹਾ। ਕੈਨੇਡਾ ਸਾਨੂੰ ਸਿਰਫ ਇਹਨੂੰ ਅਸੀਂ ਸਟੈਟਸ ਦੇ ਹਿਸਾਬ ਨਾਲ ਸਮਝੀਏ, ਕੈਨੇਡਾ ਦਾ ਕੋਟਾ ਲਗਭਗ ਸਾਲ ਦਾ 1.5 ਲੱਖ ਸਟੂਡੈਂਟ ਜਾਂਦਾ ਹੈ। ਰਾਈਟ। ਕੋਵਿਡ ਦੇ ਸਮੇਂ ਦੌਰਾਨ 2 ਤੋਂ 2.5 ਲੱਖ ਸਟੂਡੈਂਟ ਜਾਣ ਲੱਗ ਗਿਆ। ਸੋ ਇਸ ਸਾਲ ਦੇ ਵਿੱਚ ਵੀ 2-2.5 ਲੱਖ ਦੇ ਕਰੀਬ ਸਟੂਡੈਂਟ ਜਾਏਗਾ। ਸਾਡਾ ਤਾਂ ਅਸਲ 'ਚ ਜਾਣ ਵਾਲਾ ਤਾਂ ਪ੍ਰੋਗਰਾਮ ਵੱਧ ਗਿਆ। ਓਕੇ। ਪਰ ਦਿੱਕਤ ਕਿੱਥੇ ਆਈ? ਦਿੱਕਤ ਇਹ ਆਈ ਕਿ ਕੈਨੇਡਾ ਦੇ ਵਿੱਚ ਬੈਕਲੌਗਸ ਬਹੁਤ ਨੇ। ਕੈਨੇਡਾ ਦੇ 30 ਲੱਖ ਐਪਲੀਕੇਸ਼ਨਸ ਹਾਲੇ ਵੀ ਜਿਹੜੀਆਂ ਵੀਜ਼ਾ ਉਡੀਕ ਰਹੀਆਂ ਨੇ, ਪ੍ਰੋਸੈਸਿੰਗ ਉਡੀਕ ਰਹੀਆਂ ਨੇ। ਸੋ ਕੈਨੇਡਾ ਦੇ ਵਿੱਚ ਬੈਕਲੌਗਸ ਬਹੁਤ ਜ਼ਿਆਦਾ ਨੇ। ਦੂਸਰੀ ਚੀਜ਼, ਕੈਨੇਡਾ ਦੇ ਵਿੱਚ ਜਿੰਨੇ ਸਟੂਡੈਂਟਸ ਜਾਣ ਵਾਲੇ ਸੀ, ਅਪਲਾਈ ਕਰਨ ਵਾਲਿਆਂ ਦੀ ਤਾਦਾਦ ਦੁੱਗਣੀ ਹੋ ਗਈ ਹੈ। ਰਾਈਟ। ਸੋ ਉਹਦਾ ਕਰਕੇ ਇਸ ਟਾਈਮ ਜਿਹੜਾ ਇੰਡੀਆ ਦਾ ਸਕਸੈਸ ਰੇਟ ਹੈ ਉਹ 50-55% ਦੇ ਆਸ-ਪਾਸ ਹੈ। ਸੋ ਇਹਦਾ ਮੋਟਾ-ਮੋਟਾ ਹਿਸਾਬ ਆ ਕਿ ਅਗਰ 10 ਜਣੇ ਵੀਜ਼ਾ ਅਪਲਾਈ ਕਰਦੇ ਨੇ, 5 ਉਹ 'ਚੋਂ ਰਿਫਿਊਜ਼ ਹੋਣੇ। ਸੋ ਪਰ 5 ਨੂੰ ਅੱਜ ਵੀ ਵੀਜ਼ਾ ਮਿਲ ਰਿਹਾ। ਸੋ ਸਿਰਫ ਪ੍ਰੋਬਲਮ ਇਹ ਹੈ ਕਿ ਅਸੀਂ ਸੋਸ਼ਲ ਇਨਸਿਕਿਉਰਿਟੀ ਦਾ ਸ਼ਿਕਾਰ ਹੋਏ ਪਏ ਇੱਥੇ। ਸਾਨੂੰ ਬਿਕੋਜ਼ ਕੈਨੇਡਾ ਨੇ ਬਹੁਤ ਅੱਛੇ ਤਰੀਕੇ ਨਾਲ ਸੰਭਾਲਿਆ, ਪਾਲਿਆ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ, ਸਾਡੇ ਬੱਚਿਆਂ ਨੂੰ ਆਤਮ ਸਨਮਾਨ ਦਿੱਤਾ, ਫਾਈਨੈਂਸ਼ੀਅਲ ਇੰਡੀਪੈਂਡੈਂਸ ਦਿੱਤਾ। ਸੋ ਉਹ ਜਿਹੜੀ ਚੀਜ਼ ਨੇ ਮਤਲਬ ਸਾਨੂੰ ਇੱਕ ਅਲੱਗ ਮਿਲਣ ਲੱਗ ਪਈ, ਉਹਦੀ ਚਾਹਤ ਆਲਮੋਸਟ ਸਾਰੇ ਪਾਸੇ ਹੋਣ ਲੱਗ ਪਈ।
ਸੋ ਮੈਂ ਬਹੁਤ ਸਾਰੇ ਸਕੂਲਸ ਵਿੱਚ ਜਾਣਾ ਸੀ, ਛੋਟੀ ਕੈਰੀਅਰ ਕਾਉਂਸਲਿੰਗ ਦੇ ਪ੍ਰੋਗਰਾਮਸ ਹੁੰਦੇ ਨੇ, ਰਾਈਟ ਔਰ ਉਹਨਾਂ ਸਕੂਲਸ ਵਿੱਚ ਅੱਜ ਕੱਲ ਬੱਚਿਆਂ ਨੂੰ ਪੁੱਛੋ ਕਿ ਤੁਸੀਂ ਤੁਹਾਡੇ ਕੈਰੀਅਰ ਦੀਆਂ ਆਪਸ਼ਨਸ ਕੀ ਨੇ। ਹਾਂ ਹਾਂ ਔਰ ਕਿਸੇ ਜ਼ਮਾਨੇ ਦੇ ਵਿੱਚ ਮਸਾਂ 20-30% ਬੱਚੇ ਹੁੰਦੇ ਸੀ ਜਿਹੜੇ ਬਾਹਰ ਜਾਣ ਦੀ ਗੱਲ ਕਰਦੇ ਸੀ। ਅੱਜ ਦੇ ਸਮੇਂ ਦੇ ਵਿੱਚ 95% ਬੱਚੇ ਉਹ ਹੱਥ ਖੜਾ ਕਰਨਗੇ ਬਾਹਰ ਜਾਣ ਵਾਲੇ ਆ। ਹੁਣ ਜਿਹਨੇ ਲੋਕਲ ਕੈਰੀਅਰਸ ਦੀ ਗੱਲ ਹੈ ਉਹ ਇੱਕਾ ਦੁੱਕਾ ਹੁੰਦਾ ਜਾਂ ਨਾ ਮਾਤਰ ਹੈ ਜਾਂ ਕੋਈ ਦਿਸਦਾ ਹੀ ਨਹੀਂ ਹੈ ਜੀ। ਸੋ ਮੋਟਾ ਤੌਰ ਤੇ ਸਾਨੂੰ ਇੱਕ ਕੈਰੀਅਰ ਸਮਝ ਲੱਗ ਗਿਆ ਕਿ ਇਸ ਕੈਰੀਅਰ ਦੇ ਨਾਲ ਸਾਰਾ ਕੁਝ ਮਿਲ ਜਾਣਾ ਆ। ਸੋ ਇਸ ਕਰਕੇ ਸਾਡੇ ਵਿੱਚ ਵੀ ਹੋੜ ਇਸੇ ਪਾਸੇ ਦੀ ਹੋ ਗਈ। ਸੋ ਕੈਨੇਡਾ ਦੇ ਵਿੱਚ ਦੂਸਰੀ ਚੀਜ਼ ਹੈ, ਕੈਨੇਡੀਅਨ ਗਵਰਨਮੈਂਟ ਨੇ ਪਿੱਛੇ ਜੇ ਲਾਸਟ ਫੈਬ ਤੋਂ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਕਿਊਬੈਕ ਦੇ ਬਹੁਤ ਸਾਰੇ ਕਾਲਜਸ ਬੰਦ ਕੀਤੇ। ਔਰ ਕੈਨੇਡਾ ਦੇ ਵਿੱਚ ਅਸਲ ਦੇ ਵਿੱਚ ਕੈਨੇਡਾ ਚਾਹੁੰਦੀ ਹੈ ਕਿ ਕੈਨੇਡਾ ਪੂਰਾ ਇੱਕ ਹਾਰਮੋਨੀਅਸ ਤਰੀਕੇ ਨਾਲ ਗਰੋ ਕਰੇ। ਹਾਂਜੀ। ਔਰ ਸਾਡੀ ਇੱਕ ਪਾਸੇ ਅਗਰ ਇੱਕ ਜਣਾ ਗੋਭੀ ਲਾਉਂਦਾ ਤਾਂ ਸਾਰਾ ਪਿੰਡ ਹੀ ਗੋਭੀ ਲਾਉਂਦਾ। ਸੋ ਸਾਡਾ ਇੱਕ ਬੱਚਾ ਇੱਕ ਸ਼ਹਿਰ ਜਾਂਦਾ ਤਾਂ ਸਾਰਾ ਅਸੀਂ ਕੁਨਬਾ ਹੀ ਉਸੇ ਸ਼ਹਿਰ ਪਹੁੰਚ ਜਾਂਦਾ ਹੈ। ਸੋ ਉਹ ਜਿਹੜੀ ਇਹ ਡਿਸਹਾਰਮਨੀ ਹੋਈ, ਇਹਦੇ ਨਾਲ ਕੈਨੇਡਾ ਨੂੰ ਦਿੱਕਤ ਹੈ। ਸੋ ਇੱਕ ਸਮਾਂ ਆ ਗਿਆ ਕਿਊਬੈਕ ਦੇ ਵਿੱਚ ਹੀ ਸਾਰੇ ਸਟੂਡੈਂਟ ਜਾਣ ਲੱਗ ਗਏ। ਸੋ ਕੈਨੇਡਾ ਨੂੰ ਕਿਊਬੈਕ ਦਾ ਰਾਹ ਬੰਦ ਕਰਤਾ। ਕੈਨੇਡਾ ਨੇ ਕਿਊਬੈਕ ਦੇ ਕਾਲਜ ਤੱਕ ਬਲੈਕਲਿਸਟ ਕਰਤੇ। ਉਹਨਾਂ ਸਟੂਡੈਂਟਸ ਦੀਆਂ ਫੀਸਾਂ ਅੱਜ ਵੀ ਵਾਪਸ ਨਹੀਂ ਆਈਆਂ ਹੋਈਆਂ। ਸੋ 3 ਕਾਲਜਸ ਨੇ, ਤਿੰਨਾਂ ਦੀ ਫੀਸਾਂ ਹਾਲੇ ਤੱਕ ਸਟੂਡੈਂਟਸ ਦੀਆਂ ਪੈਂਡਿੰਗ ਪਈਆਂ ਨੇ, ਹਾਲੇ ਤੱਕ ਫੀਸਾਂ ਵਾਪਸ ਨਹੀਂ ਆਈਆਂ ਹੋਈਆਂ। ਦੂਸਰਾ, ਕੈਨੇਡਾ ਨੇ ਹੋਰ ਸਾਥੀ ਨਵੇਂ ਲੱਭੇ। ਕੈਨੇਡਾ ਨੇ ਹੁਣ ਕੈਰੇਬੀਅਨ ਦੇ ਵਿੱਚੋਂ ਤੇ ਸਾਊਥ ਅਮਰੀਕਾ ਦੇ ਵਿੱਚੋਂ 5-6 ਕੰਟਰੀਜ਼ ਨਵੇਂ ਐਡ ਆਨ ਕੀਤੇ ਆ, ਜਿਹਨੂੰ SDS ਸਟਰੀਮ ਦੇ ਵਿੱਚ ਲਿਆਂਦਾ ਗਿਆ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਦੀ ਹਾਰਮਨੀ ਆ ਹਾਂਜੀ ਉਹ ਮਿਕਸ ਬਣ ਚ ਹੋਵੇ। ਓਕੇ। ਕੋਈ ਇੱਕ ਕੁਨਬਾ ਇਕੱਲਾ ਛਾਇਆ ਨਾ ਹੋਵੇ। ਔਰ ਇਹਨਾਂ ਦਾ ਅਸਰ ਤੁਹਾਨੂੰ ਪੋਲੀਟੀਕਲ ਜਿਹੜੇ ਜਦੋਂ ਸਮੀਕਰਨ ਬਣਦੇ ਨੇ ਉਦੋਂ ਤੁਹਾਨੂੰ ਦੇਖਣ ਨੂੰ ਮਿਲਦਾ ਆ। ਜਿਸ ਤਰੀਕੇ ਨਾਲ ਦਿਸਣ ਲੱਗ ਪਿਆ ਕੈਨੇਡਾ ਦੇ ਵਿੱਚ ਪੋਲੀਟੀਕਲ ਬਾਦਸ਼ਾਹਤ ਪੰਜਾਬੀਆਂ ਦੀ ਬਹੁਤ ਹੋਣ ਲੱਗ ਪਈ। ਔਰ ਇਹ ਨਾ ਹੋਵੇ ਕਿ ਕਿਸੇ ਜ਼ਮਾਨੇ ਦੇ ਵਿੱਚ ਇਕੱਲੇ ਪੰਜਾਬੀਆਂ ਦਾ ਗੁਲਾਮ ਕੈਨੇਡਾ ਹੋਵੇ ਔਰ ਇਦਾਂ ਦਾ ਸਮਾਂ ਆ ਜਾਏ ਕਿ ਇਕੱਲੇ ਪੰਜਾਬ ਲਈ ਵੀਜ਼ਾ ਔਨ ਅਰਾਈਵਲ ਕੈਨੇਡਾ ਦੇ ਵਿੱਚ ਹੋ ਜਾਵੇ। ਓ ਗॉड, ਬਹੁਤ ਦੂਰ ਤੱਕ ਸੋਚਦੇ ਹੈਗੀਆਂ ਨੇ। ਇਹ ਆਉਣ ਵਾਲੇ ਫਿਊਚਰ ਦੀਆਂ ਪੋਸੀਬਿਲਿਟੀਆਂ ਹੈਗੀਆਂ, ਹੋ ਸਕਦੀਆਂ ਨੇ। ਵੈਸੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਪਾਸੇ ਜਿਹੜਾ ਤੁਰਦਾ ਹੈ ਨਾ ਬੰਦਾ, ਸਾਰੇ ਉਧਰ ਨੂੰ ਤੁਰ ਪੈਂਦੇ ਨੇ। ਆਲੂ ਕਿਸੇ ਨੇ ਬੀਜੇ, ਪ੍ਰੋਫਿਟ ਹੋਇਆ, ਬਿਕਾਜ਼ ਸਾਡੀ ਆਪਣੀ ਰਿਸਰਚ ਘੱਟ ਆ, ਸਾਡੀ ਆਪਣੀ ਰਿਸਰਚ ਘੱਟ ਆ, ਪੇੜ ਚਾਲਾ। ਹਾਂ, ਸਾਡੇ ਜਿੱਧਰ ਨੂੰ ਇੱਕ ਚੱਲਦਾ ਸਾਡੀ ਰਿਸਰਚ। ਬਹੁਤ ਸਾਰੇ ਸਟੂਡੈਂਟ ਪੁੱਛੇ ਇੱਥੇ ਕਿਉਂ ਜਾਣਾ, ਉਹ ਮੇਰਾ ਮਾਸੀ ਦਾ, ਤਾਏ ਦਾ, ਭੂਆ ਦਾ, ਫੁੱਫੜ ਸਾਰੇ ਉੱਥੇ ਗਏ ਆ। ਉਹ ਫਿਰ ਉਹੀ ਹਾਲ ਹੁੰਦਾ ਨਾ ਜਿਵੇਂ ਆਲੂ ਸੜਕਾਂ ਤੇ ਰੁਲਦੇ ਨੇ। ਉਹੀ ਸਾਡੇ ਸਟੂਡੈਂਟ ਇਸੇ ਕਰਕੇ ਰੁਲਣ ਲੱਗ ਗਏ। ਸਭ ਡਿਮਾਂਡ ਐਂਡ ਸਪਲਾਈ ਆ, ਇਸੇ ਕਰਕੇ ਹੀ ਰੁਲਣ ਲੱਗ ਪਏ। ਬਿਕਾਜ਼ ਹੁਣ ਕੈਨੇਡਾ ਨੇ ਜਿਹੜਾ ਕੈਨੇਡਾ ਨੇ ਅਸੈਪਟੈਂਸ ਸਾਰੇ ਸੈਕਟਰਸ ਵੱਲੋਂ ਲੈਣੀ ਹੈ। ਕੈਨੇਡਾ ਚਾਹੁੰਦਾ ਕਿ ਸਾਰੀਆਂ ਜਿਹੜੀ ਲਾਈਕ ਰੀਜਨਲ ਜਿਹੜੀ ਰਿਪਰੈਜ਼ੈਂਟੇਸ਼ਨ ਸਾਰੇ ਪਾਸਿਓਂ ਆਵੇ। ਸੋ ਉਸ ਚੱਕਰ ਦੇ ਵਿੱਚ ਵੀ ਕੈਨੇਡਾ ਨੇ ਥੋੜਾ ਬਹੁਤ ਡਿਸਕਰੇਜ ਕੀਤਾ ਆ। ਕਿਉਂਕਿ ਅਗਰ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚੋਂ ਵੀ 60% ਸਟੂਡੈਂਟਸ ਇਕੱਲੇ ਪੰਜਾਬ ਤੋਂ ਜਾਂਦੇ ਆ। ਸੋ ਸਭ ਤੋਂ ਵੱਡੀ ਤਾਦਾਦ ਪੰਜਾਬੀਆਂ ਦੀ ਆ। ਸੋ ਇਸ ਕਰਕੇ ਸਾਡੇ ਨਾਲ ਸਾਨੂੰ ਸਿੱਧਾ ਧੱਕਾ ਹੋਇਆ ਜਾਪਦਾ ਆ। ਬਟ ਕੈਨੇਡਾ ਦੀ ਜਿਹੜੀ ਆਪਣੀ ਪਾਲਿਸੀ ਆ ਉਹ ਇਹ ਹੈ ਕਿ ਸਾਰੇ ਪਾਸਿਓਂ ਅਲੱਗ-ਅਲੱਗ ਕਮਿਊਨਿਟੀਜ਼ ਆਉਣ, ਅਲੱਗ-ਅਲੱਗ ਜਗ੍ਹਾ ਦੇ ਵਸਣ। ਸੋ ਕੈਨੇਡਾ ਸਾਰਾ ਗਰੋ ਕਰੇ, ਕੱਲਾ ਕਿਊਬੈਕ ਗਰੋ, ਕੱਲਾ ਬਰੈਂਪਟਨ ਗਰੋ ਕਰੇ, ਕੱਲੇ ਸਰੀ ਗਰੋ ਕਰੇ, ਕੈਨੇਡਾ ਇਹ ਨਹੀਂ ਚਾਹੁੰਦਾ। ਔਰ ਜਦ ਕਿ ਜਦੋਂ ਸਾਡੇ ਸਟੂਡੈਂਟਸ ਜਾਂਦੇ ਨੇ ਕੱਲਾ ਬਰੈਂਪਟਨ ਤੇ ਸਰੀ ਕੱਲੇ ਗਰੋ ਕਰਦੇ ਆ। ਸੋ ਇਸ ਚੀਜ਼ ਨੂੰ ਕੈਨੇਡਾ ਡਿਸਕਰੇਜ ਕਰ ਰਿਹਾ, ਜਿਹਦਾ ਕਰਕੇ ਕੈਨੇਡਾ ਦੇ ਵੱਲੋਂ ਇਸ ਟਾਈਮ ਇਦਾਂ ਦੀਆਂ ਪਾਲਿਸੀਜ਼ ਨੇ ਕਿ ਜਿਨ੍ਹਾਂ ਦੇ ਨਾਲ ਸਟੂਡੈਂਟਸ ਦਾ ਨੁਕਸਾਨ ਯੈਸ ਡੈਫੀਨੇਟਲੀ ਹੋ ਰਿਹਾ। ਔਰ ਸਟੂਡੈਂਟਸ ਇਸ ਸਮੇਂ ਦੇ ਵਿੱਚ ਜਿੰਨੇ ਅਪਲਾਈ ਕਰ ਰਹੇ ਨੇ, ਸਮਝੋ ਉਹਨਾਂ ਦੇ ਵਿੱਚੋਂ ਅੱਧਿਆਂ ਦੇ ਵੀਜ਼ੇ ਉਡਨੇ ਨੇ। ਇੱਕ ਹੋਰ ਤਰੀਕਾ ਸੀ, ਅਗਰ 19-20 ਤੱਕ ਕੈਨੇਡਾ ਦੇ ਵਿੱਚ ਅਗਰ ਕੋਈ ਵੀਜ਼ਾ ਪਾਉਂਦਾ ਸੀ, ਬਿਲਕੁਲ ਮੈਥਮੈਟਿਕਲੀ ਚੱਲਦਾ ਸੀ ਕਿ ਤੁਹਾਡੇ ਕੋਲ 6 ਬੈਂਡ ਹੈਗੇ, 5.5 ਵੀ 1-2 ਚ ਹੈਗੇ ਤੇ ਵੀਜ਼ਾ ਨਹੀਂ ਰੁਕਦਾ ਹੁੰਦਾ ਸੀ। ਰਾਈਟ। ਬਿਕਾਜ਼ ਜਿਹੜੇ ਅਪਲਾਈ ਕਰਨ ਵਾਲੇ ਤਾਦਾਦ ਥੋੜੀ ਸੀ। ਉਦੋਂ ਹਰ ਵਰਗ ਦਾ ਬੱਚਾ ਪੰਜਾਬ ਚੋਂ ਉੱਥੇ ਨਹੀਂ ਜਾਂਦਾ ਸੀ। ਹੁਣ ਪੰਜਾਬ ਦੇ ਸੁਸਾਇਟੀ ਦੇ ਵਿੱਚੋਂ ਹਰ ਵਰਗ ਦਾ ਬੱਚਾ ਉੱਥੇ ਜਾਣਾ ਚਾਹੁੰਦਾ ਹੈ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜੀ ਤਾਦਾਦ ਹੈ ਪੰਜਾਬੀਆਂ ਦੀ ਉਹ ਹੋਰ ਜ਼ਿਆਦਾ ਵੱਧ ਗਈ। ਔਰ ਆਬਵੀਅਸਲੀ ਉਸ ਵਧਣ ਦੇ ਨਾਲ ਸਾਡਾ ਜਿਹੜਾ ਖੁਦ ਦਾ ਜਿਹੜਾ ਰਿਜੈਕਸ਼ਨ ਰੇਟ, ਅਗਰ ਸਾਡੇ ਵੀਜ਼ੇ ਵੱਧ ਨੇ, ਸਾਡਾ ਨੰਬਰ ਵੱਧ ਹੈ, ਸਾਡੀਆਂ ਐਪਲੀਕੇਸ਼ਨਸ ਵੱਧ ਨੇ, ਤੇ ਯੈਸ ਡੈਫੀਨੇਟਲੀ ਸਾਡੀਆਂ ਰਿਜੈਕਸ਼ਨਸ ਵੀ ਵੱਧ ਨੇ। ਸੋ ਇੱਕ ਚੀਜ਼ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਉਂਦੀ, ਤੁਸੀਂ ਕਹਿੰਦੇ ਹੋ ਨਾ ਕਿ ਉਹਨਾਂ ਨੂੰ ਇਹ ਡਰ ਹੋ ਜਾਂਦਾ ਕਿ ਪੰਜਾਬੀਆਂ ਦਾ ਹੋਲਡ ਨਾ ਹੋ ਜਾਏ ਪੂਰੇ ਕੈਨੇਡਾ ਦੇ ਉੱਤੇ, ਕਿਉਂਕਿ ਪੰਜਾਬੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਪਹੁੰਚਦੇ ਪਏ ਨੇ। ਇੱਕ ਫਿਲਮ ਯਾਦ ਆਉਂਦੀ ਆ ਮੈਨੂੰ, ਉਹਦੇ ਵਿੱਚ ਵੀ ਇਹ ਹੈ ਕਿ ਮਸ਼ੀਨਾਂ ਜ਼ਿਆਦਾ ਹੋ ਗਈਆਂ ਨੇ, ਗੈਜਟਸ ਜ਼ਿਆਦਾ ਹੋ ਗਏ ਨੇ ਇਸ ਪਲੈਨਟ ਦੇ ਉੱਤੇ, ਤਾਂ ਇੱਕ ਥਾਂ ਦੇ ਉੱਤੇ ਆ ਕੇ ਪਲੈਨਟਸ ਦੇ ਉੱਤੇ ਗੈਜਟਸ ਦਾ, ਮਸ਼ੀਨਸ ਦਾ ਰੂਲ ਹੋ ਗਿਆ ਹੈ ਔਰ ਇਨਸਾਨਾਂ ਨੂੰ ਉਹਨਾਂ ਨੇ ਗੁਲਾਮ ਬਣਾ ਲਿਆ ਹੈ। ਸੋ ਇਸ ਫਿਲਮ ਦਾ ਕਨਸੈਪਟ ਮੈਨੂੰ ਯਾਦ ਆ ਗਿਆ। ਸੋ ਬੜੀ ਇੰਟਰਸਟਿੰਗ ਤਰੀਕੇ ਨਾਲ ਤੁਸੀਂ ਦੱਸਿਆ। ਖੈਰ, ਕਈ ਵੀ ਰੀਜ਼ਨਸ ਨੇ, ਗਵਰਨਮੈਂਟ ਦੀਆਂ ਆਪਣੀਆਂ ਪਾਲਿਸੀਜ਼ ਨੇ, ਬਟ ਸਟੂਡੈਂਟਸ ਨੂੰ ਹੋਪਫੁਲ ਰਹਿਣਾ ਚਾਹੀਦਾ। ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਹੈ। ਆਬਵੀਅਸਲੀ ਸਟੂਡੈਂਟਸ ਨੂੰ ਅੱਧੇ ਬੱਚਿਆਂ ਨੂੰ ਵੀਜ਼ੇ ਮਿਲਦੇ ਆ ਔਰ ਬਹੁਤ ਸਾਰੇ ਬੱਚੇ ਹਾਲੇ ਰਿਸਰਚ ਨਹੀਂ ਕਰਦੇ, ਐਕਸਪਲੋਰ ਨਹੀਂ ਕਰਦੇ। ਜਿਸ ਤਰ੍ਹਾਂ ਯੂਕੇ ਦੀਆਂ ਆਪਸ਼ਨਸ ਨੇ।
ਸੋ ਯੂਕੇ ਬੱਚੇ ਸੋਚਦੇ ਨੇ ਕਿ ਕੈਨੇਡਾ ਦੀ ਐਜੂਕੇਸ਼ਨ ਇੱਥੇ ਆ ਔਰ ਯੂਕੇ ਦੀ ਐਜੂਕੇਸ਼ਨ ਇੱਥੇ ਆ, ਅਸਲ ਦੇ ਉਲਟਾ ਆ। ਸੋ ਜਿਹੜੀ ਯੂਕੇ ਦੀ ਐਜੂਕੇਸ਼ਨ ਆ ਉਹ ਮਤਲਬ ਅਲੱਗ ਲੈਵਲ ਤੇ ਆ ਔਰ ਕੈਨੇਡਾ ਹਾਲੇ ਡਿਵੈਲਪਿੰਗ ਸਟੇਜ ਦੇ ਵਿੱਚ ਆ ਔਰ ਹਾਲੇ ਕੈਨੇਡਾ ਦੀਆਂ ਜੌਬਸ ਜਿਹੜੀਆਂ ਐਜੂਕੇਸ਼ਨਲ ਲਿੰਕ ਨਹੀਂ ਹੈਗੀਆਂ। ਸੋ ਸਾਡੇ ਬੱਚੇ ਕੁਝ ਵੀ ਕਰਕੇ ਚਲਾਉਂਦੇ ਟਰਾਲੇ ਹੀ ਨੇ ਉੱਥੇ। ਸੋ ਇੰਗਲੈਂਡ ਦੇ ਵਿੱਚ ਹਾਲੇ ਯੂਕੇ ਦੇ ਵਿੱਚ ਜਿਹੜੀਆਂ ਪੋਸੀਬਿਲਿਟੀਜ਼ ਨੇ ਯੂਨੀਵਰਸਿਟੀਜ਼, ਬਿਕੋਜ਼ ਉੱਥੇ ਡੈਕੇਡ 올ਡ ਯੂਨੀਵਰਸਿਟੀਜ਼ ਨੇ, ਸੈਂਚਰੀਜ਼ 올ਡ ਯੂਨੀਵਰਸਿਟੀਜ਼ ਨੇ, 1200 ਸਾਲ ਪੁਰਾਣੀਆਂ ਯੂਨੀਵਰਸਿਟੀਜ਼ ਨੇ। ਸੋ ਇਸ ਕਰਕੇ ਜਿਹੜੀ ਉੱਥੋਂ ਦੀ ਐਜੂਕੇਸ਼ਨ ਹੈ ਉਹ ਤੁਹਾਡੇ ਕਰੀਅਰ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੈ ਸਪੋਰਟਿਵ ਹੈ। ਔਰ ਸਟੂਡੈਂਟਸ ਦਾ ਜਿਹੜਾ 90% ਤੋਂ ਵੱਧ ਜਿਹੜਾ ਸਟੂਡੈਂਟਸ ਦੇ ਜਿਹੜੇ ਕਰੀਅਰਸ ਨੇ ਸੇਮ ਫੀਲਡ 'ਚ ਯੂਕੇ 'ਚ ਫੋਲੋ ਕਰਦੇ ਆ। ਔਰ ਯੂਕੇ ਨੇ ਇਸ ਸਾਲ 'ਚ ਬਹੁਤ ਵੀਜ਼ਾਸ ਗ੍ਰਾਂਟ ਕੀਤੇ ਔਰ ਯੂਕੇ ਇੱਕ ਬਹੁਤ ਨਵੀਂ ਆਪਸ਼ਨ ਹੈ। ਯੂਕੇ 'ਚ ਪੀਆਰ ਹੋ ਗਈ। ਯੂਕੇ ਨੇ ਬਹੁਤ ਸਾਰੇ ਫਾਰਮੂਲੇ ਕੈਨੇਡਾ ਤੋਂ ਚੋਰੀ ਕੀਤੇ ਇਮੀਗ੍ਰੇਸ਼ਨ ਦੇ। ਸੋ ਇਸ ਕਰਕੇ ਇਹ ਨਵੀਆਂ ਅਗਰ ਅਪਰਚੂਨਿਟੀਜ਼ ਅਸੀਂ ਐਕਸਪਲੋਰ ਨਹੀਂ ਕਰਦੇ ਤਾਂ ਸਟੂਡੈਂਟਸ ਨੂੰ ਦਿੱਕਤ ਰਹਿਣ ਵਾਲੀ ਆ। ਜਰਮਨੀ ਇੱਕ ਨਵੀਂ ਆਪਸ਼ਨ ਹੈਗੀ ਆ। ਯੂਐਸਏ ਬਹੁਤ ਸਾਰੇ ਸਟੂਡੈਂਟਸ ਇਨਵੋਲਵ ਹੋ ਰਹੇ ਨੇ। ਆਸਟ੍ਰੇਲੀਆ ਸਟੂਡੈਂਟ ਜਾ ਰਹੇ ਨੇ। ਨਿਊਜ਼ੀਲੈਂਡ ਵੀ ਇਸ ਸਪਟੰਬਰ ਤੋਂ ਖੁੱਲ ਰਿਹਾ ਹੈ। ਰਾਈਟ। ਸੋ ਸਟੂਡੈਂਟਸ ਕੋਲ ਬਹੁਤ ਸਾਰੀਆਂ ਅਪਰਚੂਨਿਟੀਜ਼ ਨੇ, ਬਟ ਕੋਵਿਡ ਦੇ ਵਿੱਚ ਸਟੂਡੈਂਟਸ ਨੇ ਇੱਕੋ ਨਾਮ ਯਾਦ ਰੱਖਿਆ, ਕੈਨੇਡਾ। ਔਰ ਉਹੀ ਕੈਨੇਡਾ ਦੇ ਵਿੱਚ ਇਸ ਟਾਈਮ ਪ੍ਰੋਬਲਮਸ ਦੇ ਵਿੱਚ ਹੈ। ਸੋ ਅਰਵਿੰਦਰ ਜੀ, ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ। ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਹਮੇਸ਼ਾ ਆਪਣੇ ਵਿਚਾਰ ਸਾਨੂੰ ਇਨਬਾਕਸ ਕਰਿਆ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਹਮੇਸ਼ਾ ਜੁੜੇ ਰਹੋ ਪੰਜਾਬ ਐਬਰੋਡ ਦੇ ਨਾਲ। ਥੈਂਕ ਯੂ ਵੈਰੀ ਮਚ ਸਰ। ਬਹੁਤ ਸ਼ੁਕਰੀਆ ਸਰ। ਸੋ ਇਸੇ ਤਰ੍ਹਾਂ ਹੀ ਅਗਲਾ ਐਪੀਸੋਡ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਔਰ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕੀ ਕੁਝ ਡਿਸਕਸ ਕਰੀਏ, ਸਾਨੂੰ ਜ਼ਰੂਰ ਲਿਖੋ, ਇਨਬਾਕਸ ਕਰੋ। ਬਹੁਤ ਬਹੁਤ ਸ਼ੁਕਰੀਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।